ਜੀ ਆਨੂ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਦੇਸੀ ਗੱਲਾਂ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਸਿੱਧੂ ਮੇਰੇ ਨਾਲ ਹੋਣਗੇ ਭੈਣ ਕੀਮਤ ਢਿੱਲੋਂ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਭੈਣੇ ਅੱਜ ਦੇ ਪ੍ਰੋਗਰਾਮ ਬਾਰੇ ਥੋੜਾ ਜਿਹਾ ਜ਼ਰੂਰ ਦੱਸਿਓ। ਵੇਖੋ ਅੱਜ ਦਾ ਜਿਹੜਾ ਆਪਣਾ ਟੌਪਿਕ ਛੇ ਬਹੁਤ ਵਧੀਆ ਹੈ ਨਾ ਵੀ ਜਿਵੇਂ ਆਪਾਂ ਨੇ ਘਰਾਂ ਦੇ ਵਿੱਚ ਗੰਦਾ ਕੂੜਾ ਹੁੰਦਾ ਅਸੀਂ ਬਾਹਰ ਸੁੱਟਦੇ ਆ, ਕਿੰਨਾ ਕੁ ਗੰਦ ਪੈਂਦਾ ਕਿੰਨਾ ਕੁ ਨਹੀਂ, ਤੇ ਸਾਨੂੰ ਸਫਾਈ ਕਿੰਨੀ ਕੁ ਰੱਖਣੀ ਚਾਹੀਦੀ ਹੈ ਕਿ ਨਹੀਂ, ਹਨਾ। ਤੇ ਅੱਜ ਆਪਾਂ ਉਸ ਤੇ ਗੱਲ ਕਰਾਂਗੇ। ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਭੈਣੇ ਵੀ ਆਪਣੇ ਘਰਾਂ ਦੇ ਵਿੱਚ ਜਿਹੜਾ ਕੂੜਾ ਹੁੰਦਾ ਤਾਂ ਆਪਾਂ ਨਾ ਸ਼ੁਰੂ ਤੋਂ ਹੀ ਪੜ੍ਹਦੇ ਆ ਰਹੇ ਹਾਂ। ਆਪਾਂ ਨੂੰ ਮੇਰੇ ਖਿਆਲ ਨਾਲ 9ਵੀਂ ਜਾਂ 10ਵੀਂ ਕਲਾਸ ਦੇ ਵਿੱਚ ਹੀ ਪੜ੍ਹਾ ਦਿੱਤਾ ਜਾਂਦਾ ਵੀ 3R ਦਾ ਸਿਧਾਂਤ ਕੀ ਹੁੰਦਾ, ਜਿਹਦੇ ਵਿੱਚ ਰਿਡਿਊਸ, ਰੀਯੂਜ਼ ਤੇ ਰੀਸਾਈਕਲ ਬਾਰੇ ਦੱਸਿਆ ਜਾਂਦਾ ਵੀ ਆਪਾਂ ਇੱਕ ਜਿਹੜੀ ਚੀਜ਼ ਨੂੰ ਵੇਸਟ ਕਰ ਰਹੇ ਹਾਂ, ਜਿਹਨੂੰ ਆਪਾਂ ਕੂੜਾ ਸਮਝ ਰਹੇ ਹਾਂ, ਉਹ ਵਾਕਈ ਕੂੜਾ ਹੈ ਜਾਂ ਆਪਾਂ ਉਹਦਾ ਨਿਪਟਾਰਾ ਕਿਵੇਂ ਕਰਨਾ ਜਾਂ ਉਹਨੂੰ ਮੁੜ ਤੋਂ ਕਿਵੇਂ ਵਰਤਣਾ। ਵੀ ਮਤਲਬ ਉਹ ਚੀਜ਼ਾਂ ਬਾਰੇ ਆਪਾਂ ਨੂੰ ਸ਼ੁਰੂ ਤੋਂ ਹੀ ਪੜ੍ਹਾ ਦਿੰਦੇ ਆ, ਪਰ ਫਿਰ ਵੀ ਆਪਣੀ ਕਿਤੇ ਨਾ ਕਿਤੇ ਸਿੱਖਣ ਦੇ ਵਿੱਚ ਕਮੀ ਆ ਜਾਂਦੀ ਆ ਜਾਂ ਆਪਾਂ ਉਹ ਚੀਜ਼ਾਂ ਨੂੰ ਸਿੱਖਣਾ ਹੀ ਨਹੀਂ ਚਾਹੁੰਦੇ, ਹਨਾ। ਤਾਂ ਉਹਨਾਂ ਚੀਜ਼ਾਂ ਬਾਰੇ ਮੈਨੂੰ ਲੱਗਦਾ ਆਪਾਂ ਬਹੁਤ ਘੱਟ ਸਿੱਖਦੇ ਆ। ਵੀ ਆਪਾਂ ਕਹਿੰਦੇ ਵੀ ਨੋਰਮਲ ਜੀ ਚੀਜ਼ ਆ, ਹਨਾ, ਵੀ ਕਿਹਨੂੰ ਨਹੀਂ ਪਤਾ ਵੀ ਕੂੜਾ ਕਿਵੇਂ ਸਾਂਭਦੇ ਆ। ਤਾਂ ਇਹ ਚੀਜ਼ਾਂ ਦਾ ਵਾਕਈ ਆਪਾਂ ਨੂੰ ਨਹੀਂ ਪਤਾ ਹੁੰਦਾ ਤੇ ਆਪਾਂ ਬਹੁਤ ਗਲਤ ਤਰੀਕੇ ਜਿਹੜੇ ਇਹਨਾਂ ਵਾਸਤੇ ਵਰਤਦੇ ਆ। ਹੁਣ ਜਿਵੇਂ ਤੁਸੀਂ ਦੇਖ ਲਓ ਆਪਣੇ ਘਰਾਂ ਦੇ ਵਿੱਚ ਛਿਲਕੇ ਹੁੰਦੇ ਆ, ਹੁਣ ਆਪਾਂ ਉਹ ਛਿਲਕਿਆਂ ਨੂੰ ਕੀ ਆ ਜਾ ਕੇ ਕਿਸੇ ਰਾਹ ਜਾਂਦਾ, ਹੁਣ ਮੰਨ ਲਓ ਆਪਾਂ ਕਿਤੇ ਵੀ ਜਾਂਦੇ ਆ ਨਾ, ਰਸਤੇ ਦੇ ਵਿੱਚ ਕੋਈ ਗੁਰੂ ਘਰ ਆ ਗਿਆ ਜਾਂ ਕੋਈ ਲੰਗਰ ਲਾਈ ਬੈਠਾ, ਹਨਾ, ਤੇ ਉਹ ਆਪਾਂ ਨੂੰ ਪ੍ਰਸ਼ਾਦ ਦੇ ਵਜੋਂ ਉਹ ਚੀਜ਼ਾਂ ਫਰੂਟ ਦਿੰਦੇ ਆ। ਜਿਵੇਂ ਮੋਸਟਲੀ ਆਪਾਂ ਦੇਖਦੇ ਆ ਵੀ ਕੇਲੇ ਆਪਾਂ ਨੂੰ ਕੀ ਹੈ ਪ੍ਰਸ਼ਾਦ ਦੇ ਵਜੋਂ ਦਿੰਦੇ ਆ, ਆਪਾਂ 2 ਹੱਥ ਕਰਕੇ ਲੈਂਦੇ ਆ ਵੀ ਵਾਹਿਗੁਰੂ ਦਾ ਪ੍ਰਸ਼ਾਦ ਆ, ਹਨਾ, ਪ੍ਰਸ਼ਾਦ ਦਿੱਤਾ ਸਾਨੂੰ ਜੀ। ਤਾਂ ਆਪਾਂ 2 ਹੱਥ ਕਰਕੇ ਲੈਂਦੇ ਆ ਤੇ ਉਹ ਖਾ ਕੇ ਤਾਂ ਆਪਾਂ ਛਿਲਕਾ ਉਹੀ ਪੈਰਾਂ 'ਚ ਸਿੱਟ ਦਿੰਦੇ ਆ, ਕਿੱਡਾ ਅਪਮਾਨ ਕਰਦੇ ਆ। ਫਿਰ ਤੁਸੀਂ ਦੇਖੋ ਫਿਰ ਆਪਾਂ ਨੂੰ ਸਮਝ ਕੀ ਆਈ ਵੀ ਆਪਾਂ ਇੱਕ ਵਾਹਿਗੁਰੂ ਦਾ ਪ੍ਰਸ਼ਾਦ ਲਈ ਜਾਂਦੇ ਆ, ਹਨਾ, ਤੇ ਉਹੀ ਚੀਜ਼ ਆਪਾਂ ਫਿਰ ਪੈਰਾਂ 'ਚ ਸੁੱਟੀ ਜਾਂਦੇ ਆ। ਉਹਦੇ ਨਾਲ 100 ਚੀਜ਼ਾਂ ਜਿਹੜੀਆਂ ਉਹਦੇ ਉੱਤੋਂ ਤਿਲਕਣਗੀਆਂ, ਕੋਈ ਇਨਸਾਨ ਤਿਲਕ ਸਕਦਾ, ਹਨਾ, ਕਿੱਡੀ ਸੱਟ ਲੱਗ ਸਕਦੀ ਉਹ ਬੰਦੇ ਦੇ। ਤਾਂ ਵੀ ਉਹ ਚੀਜ਼ਾਂ ਨੂੰ ਆਪਾਂ ਨੂੰ ਜਿਹੜਾ ਨਹੀਂ ਕਰਨੀ ਚਾਹੀਦੀ ਚੀਜ਼ ਆਪਾਂ ਫਿਰ ਵੀ ਉਹ ਚੀਜ਼ ਕਰਦੇ ਪਏ ਆ। ਵੇਖੋ ਅਰਥ ਜਿਹੜੀ ਸਫਾਈ ਦਾ ਮਤਲਬ ਹੈ ਹਨਾ, ਇਹ ਨਹੀਂ ਹੁੰਦਾ ਵੀ ਇਕੱਲੀ ਅਸੀਂ ਘਰ ਦੀ ਸਫਾਈ ਕਰਨੀ ਹੈ, ਹਨਾ, ਵੀ ਜਿਹੜਾ ਸਾਡੇ ਆਸੇ-ਪਾਸੇ ਉੱਥੇ ਅਸੀਂ ਗੰਦ ਪਾ ਦੇਣਾ, ਹਨਾ। ਤੇ ਘਰੇ ਵੀ ਸਾਨੂੰ ਸਫਾਈ ਵਧੀਆ ਕਰਨੀ ਚਾਹੀਦੀ ਹੈ, ਜਿਵੇਂ ਕੋਈ ਸਾਨੂੰ ਡਸਟਬਿਨ ਲਾ ਲੈਣੀ ਚਾਹੀਦਾ, ਹਨਾ, ਵੀ ਜਿਵੇਂ ਗਿੱਲਾ ਹੁੰਦਾ ਗੰਦਾ ਕੂੜਾ ਜਿਹੜਾ ਉਹਦੇ ਚ ਪਾ ਲੈਣਾ, ਜਾਂ ਜਿਹੜੇ ਲਿਫਾਫੇ ਹੁੰਦੇ ਇਹ ਜੇ ਚੀਜ਼ ਕਈ ਵਾਰ ਆਪਾਂ ਵੇਖਿਆ ਆਪਾਂ ਬਾਹਰ ਸਿੱਟ ਦਿੰਦੇ ਹੁੰਦੇ, ਹਨਾ, ਉਹ ਘਰਾਂ ਦੇ ਆਸੇ-ਪਾਸੇ ਕਿੰਨੇ ਫਿਰਦੇ ਹੁੰਦੇ, ਉੜਦੇ ਕਿੰਨੇ ਭੈੜੇ ਲੱਗਦੇ, ਹਨਾ। ਉਹ ਜੀ ਜਗ੍ਹਾ ਤੇ ਸਾਨੂੰ ਇੱਕ ਥਾਂ ਸਗੋਂ ਇਕੱਠੇ ਕਰ ਲੈਣੇ ਚਾਹੀਦੇ, ਤੇ ਉਸ ਚੀਜ਼ ਨੂੰ ਜੇ ਸਾਡੇ ਕੋਲ ਹੋਰ ਕਿਤੇ ਨਹੀਂ ਜਗ੍ਹਾ ਤੇ ਅਸੀਂ ਇੱਕ ਥਾਂ ਕਰਕੇ ਉਹਨੂੰ ਅੱਗ ਲਾ ਸਕਦੇ ਹਾਂ, ਹਨਾ, ਤੇ ਫਿਰ ਇੰਨੇ ਨਾਲ ਉਹ ਸਫਾਈ ਸਾਡੀ ਹੋਈ ਰਹਿੰਦੀ ਹੈਗੀ। ਜੀ ਤੇ ਤੁਸੀਂ ਇਹ ਦੇਖੋ ਨਾ ਭੈਣੇ, ਜਦੋਂ ਆਪਾਂ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਆ, ਹਨਾ, ਤੇ ਉੱਥੇ ਕੀ ਹੁੰਦਾ ਨਾ, ਘਰਾਂ ਦੇ ਬਾਹਰ 2-2 ਡਸਟਬਿਨ ਲੱਗੇ ਹੁੰਦੇ ਆ, ਇੱਕ 'ਚ ਆਪਾਂ ਗਿੱਲਾ ਕੂੜਾ ਪਾ ਸਕਦੇ ਹੁੰਦੇ ਆ, ਇੱਕ 'ਚ ਸੁੱਕਾ ਕੂੜਾ ਪਾ ਸਕਦੇ ਹੁੰਦੇ ਆ। ਹੁਣ ਆਪਾਂ ਆਪਦੇ ਇੱਧਰਲੇ ਪਾਸੇ ਆਪਾਂ ਘਰਾਂ 'ਚ ਕੀ ਕਰਦੇ ਆ, ਕੋਈ ਵੀ ਕੂੜਾ ਹੋਊਗਾ ਇਕੱਠਾ ਕਰਕੇ ਪੋਲੀਥੀਨ 'ਚ ਬੰਨਿਆ, ਜਿੱਥੇ ਆਪਾਂ ਨੂੰ ਖਾਲੀ ਜਗ੍ਹਾ ਮਿਲੀ ਉੱਥੇ ਸੁੱਟਤਾ। ਜੇ ਆਪਾਂ ਕਿਸੇ ਨੂੰ ਮੈਨੂੰ ਲੱਗਦਾ ਆਪਾਂ ਕਹਿ ਵੀ ਦਈਏ ਨਾ ਵੀ ਇੱਥੇ ਸਫਾਈ ਆ, ਤੁਸੀਂ ਇੱਥੇ ਨਹੀਂ ਸਿੱਟ ਸਕਦੇ ਹੈਗੇ, ਹਨਾ, ਤਾਂ ਬੰਦਾ ਕਹਿ ਦਿੰਦਾ ਨਾ ਵੀ ਨਹੀਂ ਅਸੀਂ ਤਾਂ ਵੀ ਇੱਥੇ ਸਿੱਟਾਂਗੇ, ਗੁੱਸਾ ਕਰਦਾ ਹੈਗਾ, ਹਨਾ। ਜਿਵੇਂ ਹੁਣ ਤੁਸੀਂ ਦੇਖੋ ਕੋਈ ਛੋਟਾ ਬੱਚਾ, ਛੋਟੇ ਬੱਚੇ ਦੀਆਂ ਵੀ ਇਹ ਆਦਤਾਂ ਹੁੰਦੀਆਂ, ਆਪਾਂ ਜੇ ਸਿਖਾਵਾਂਗੇ ਤਾਂ ਮੈਨੂੰ ਲੱਗਦਾ ਉਹ ਬੱਚੇ ਨੂੰ ਵੀ ਤਾਂ ਹੀ ਪਤਾ ਲੱਗੂਗਾ, ਹਨਾ, ਕਿਉਂਕਿ ਬੱਚਾ ਆਪਣੀ ਇਹ ਚੀਜ਼ਾਂ ਨੂੰ ਉਹਨਾਂ ਨੂੰ ਫੋਲੋ ਕਰਦਾ। ਬੱਚੇ ਨੇ ਤਾਂ ਆਪਾਂ ਤੋਂ ਹੀ ਸਿੱਖਣਾ ਜੋ ਕੁਝ ਸਿੱਖਣਾ ਜੀ। ਤਾਂ ਹੁਣ ਤੁਸੀਂ ਇਹ ਦੇਖੋ ਵੀ ਇੱਕ ਬੱਚਾ ਲੇਜ਼ ਖਾ ਰਿਹਾ, ਹਨਾ, ਤੇ ਉਹਨੇ ਕੀ ਇੱਥੇ ਚਾਹੇ ਉਹਨਾਂ ਨੇ ਸਫਾਈ ਕੀਤੀ ਹੋਈ ਆ, ਤੇ ਉਹ ਬੱਚੇ ਨੇ ਕੀ ਆ ਉਹ ਲੇਜ਼ ਖਾ ਕੇ ਲਿਫਾਫਾ ਐਵੇਂ ਸੁੱਟ ਦੇਣਾ। ਜੇ ਹੁਣ ਆਪਾਂ ਉਹਨੂੰ ਕਵਾਂਗੇ ਵੀ ਤੂੰ ਇਹਦਾ ਜਹਾਜ਼ ਬਣਾ ਕੇ ਕਿਉਂ ਸਿੱਟਦਾ, ਹਨਾ, ਤਾਂ ਉਹ ਕਹੂਗਾ ਵੀ ਮੈਨੂੰ ਮਜ਼ਾ ਆ ਰਿਹਾ, ਹਨਾ। ਉਹ ਮਤਲਬ ਉਲਟਾ ਆਪਾਂ ਨੂੰ ਜਵਾਬ ਦੇਊਗਾ ਉਸ ਚੀਜ਼ ਦੇ ਪਿੱਛੇ, ਜਿੱਥੇ ਕਿ ਆਪਾਂ ਉਹ ਚੀਜ਼ ਨੂੰ ਜੇ ਉੱਥੋਂ ਚੱਕ ਕੇ ਕਿਸੇ ਡਸਟਬਿਨ ਦੇ ਵਿੱਚ ਪਾਉਣੇ ਆ ਤਾਂ ਉਹ ਬੱਚਾ ਵੀ ਆਪਣੀ ਤੋਂ ਸਿੱਖ ਲਊਗਾ, ਹਨਾ, ਵੀ ਹਾਂ ਇਹਨੇ ਮੇਰਾ ਕੂੜਾ ਸਗੋਂ ਚੁੱਕਿਆ, ਹਨਾ। ਜਿਵੇਂ ਹੁਣ ਆਪਾਂ ਰਸਤੇ ਦੇ ਵਿੱਚ ਜਾਂਦੇ ਆ, ਕੋਈ ਆਪਾਂ ਨੂੰ ਕੋਈ ਚੀਜ਼ ਡਿੱਗੀ ਪਈ, ਕੋਈ ਰੋੜਾ ਹੀ ਆ ਗਿਆ, ਹਨਾ, ਰਾਹ ਦੇ ਵਿੱਚ ਆਪਾਂ ਚੱਕ ਕੇ ਪਾਸੇ ਕਰ ਦਈਏ ਤਾਂ ਵੀ ਆਪਣਾ ਨੁਕਸਾਨ ਨਹੀਂ ਹੋਇਆ, ਤਾਂ ਇਹਦਾ ਮਤਲਬ ਇਹ ਥੋੜੀ ਹੈ ਵੀ ਕਿਸੇ ਹੋਰ ਦਾ ਨਹੀਂ ਨੁਕਸਾਨ ਹੋ ਸਕਦਾ, ਹਨਾ। ਤੇ ਵੀ ਆਪਾਂ ਲੋਕਾਂ ਨੂੰ ਵੀ ਬਚਾਈਏ ਤਾਂ ਉਸ ਚੀਜ਼ ਤੋਂ ਆਪ ਵੀ ਬਚੀਏ। ਹੁਣ ਤੁਹਾਨੂੰ ਵੀ ਪਤਾ ਕਿਉਂਕਿ ਕੂੜੇ ਦੇ ਉੱਤੇ ਕਿੰਨਾ ਮੱਖੀ ਮੱਛਰ ਕੀ ਕੁਛ ਹੁੰਦਾ, ਉਹੀ ਚੀਜ਼ਾਂ ਆਪਣੇ ਖਾਣੇ ਦੇ ਵਿੱਚ ਆਉਂਦੀਆਂ ਤੇ ਫਿਰ ਆਪਾਂ ਨੂੰ ਬਿਮਾਰੀਆਂ ਲੱਗਦੀਆਂ, ਹਨਾ। ਆਪਾਂ ਕਹਿ ਦਿੰਦੇ ਆ ਵੀ ਪਤਾ ਨਹੀਂ ਕਿੱਥੋਂ ਆਪਾਂ ਨੂੰ ਆ ਬਿਮਾਰੀ ਚੁੰਬੜ ਗਈ ਆ ਕੇ। ਹੁਣ ਵੇਖੋ ਅਰਚ ਜਿਵੇਂ ਸਾਉਣ ਦਾ ਮਹੀਨਾ ਆ ਗਿਆ, ਇਹਨਾਂ ਦਿਨਾਂ 'ਚ ਮੀਂਹ ਜਿਹਾ ਪੈਂਦਾ, ਹਨਾ, ਤੇ ਮੀਂਹ ਤੇ ਵੇਖੋ ਮੱਛਰ ਵੀ ਬਹੁਤ ਜ਼ਿਆਦਾ ਹੋ ਜਾਂਦਾ ਫਿਰ। ਤੇ ਆਪਾਂ ਕੀ ਪੈਣੇ ਉਹ ਵੇਸਟ ਪਾਣੀ ਹੁੰਦਾ, ਜਿਵੇਂ ਹਨਾ ਕੋਈ ਆਪਣੇ ਬਰਤਨਾਂ ਦੇ ਵਿੱਚ ਪਿਆ ਹੁੰਦਾ ਹੈ, ਜਾਂ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਕੂਲਰ ਵਗੈਰਾ ਲਾਉਣੇ ਆ, ਹਨਾ, ਉਹਨਾਂ ਦੇ ਵਿੱਚ ਪਾਣੀ ਭਰ ਦਿੰਦੇ ਆ। ਹੁਣ ਉਹ ਆਪਾਂ ਖਾਲੀ ਕਰਨ ਦੀ ਆਪਾਂ ਕੋਸ਼ਿਸ਼ ਨਹੀਂ ਕਰਦੇ, ਆਪਾਂ ਕਹਿੰਦੇ ਕੋਈ ਨਹੀਂ ਕੱਲ ਨੂੰ ਫਿਰ ਆਪਾਂ ਇਹੀ ਵਰਤ ਲਾਂਗੇ, ਪਰਸੋਂ ਫਿਰ ਇਹੀ ਵਰਤ ਲਾਂਗੇ। ਜਿਹੜੀ ਚੀਜ਼ ਵੇਸਟ ਪਈ ਆ ਉਹ ਚੀਜ਼ ਦਾ ਨਿਪਟਾਰਾ ਉਸੇ ਵਕਤ ਕਰ ਦਿਓ, ਹਨਾ, ਕਿਉਂਕਿ
ਤੁਸੀਂ ਕਿਹਾ ਜਿਵੇਂ ਹੁਣ ਮੀਂਹਾਂ ਦਾ ਮੌਸਮ ਆ ਗਿਆ, ਉਹਦੇ ਤੇ ਕੀ ਮੱਛਰ ਪੈਦਾ ਹੋਊਗਾ, ਹੁਣ ਗੰਦਾ ਪਾਣੀ ਹੋਊਗਾ ਜਿਹੜਾ, ਜਦੋਂ ਉਹ ਮੱਛਰ ਪੈਦਾ ਹੋਊਗਾ ਉਹੀ ਚੀਜ਼ ਆਪਣੇ ਆ ਕੇ ਲੜੂਗੀ ਹਨਾ, ਤਾਂ ਫਿਰ ਆਪਾਂ ਨੂੰ ਡੇਂਗੂ ਹੋ ਜਾਂਦਾ, ਮਲੇਰੀਆ ਹੋ ਜਾਂਦਾ ਹਨਾ, ਕਿੰਨੀਆਂ ਬਿਮਾਰੀਆਂ ਆਪਾਂ ਨੂੰ ਆ ਕੇ ਚੁੰਬੜਦੀਆਂ। ਤਾਂ ਉਹਦੇ ਜਿਵੇਂ ਹੁਣ ਤੁਸੀਂ ਦੇਖੋ ਵੀ ਲਿਫਾਫੇ ਹੁਣ ਬੰਦ ਕਰਤੀ ਸੀ ਸਰਕਾਰ ਨੇ ਹਨਾ, ਪਰ ਮੈਨੂੰ ਲੱਗਦਾ ਉਹਨਾਂ ਚੀਜ਼ਾਂ ਵੱਲ ਆਪਾਂ ਫਿਰ ਵੀ ਨਹੀਂ ਧਿਆਨ ਦਿੱਤਾ ਹੈਗਾ। ਆਪਾਂ ਕੀ ਹੈ, ਘਰੋਂ ਆਪਾਂ ਨੂੰ ਪੋਲੀਥੀਨ ਲਿਆਉਣ ਵਾਸਤੇ ਕਹਿੰਦੇ ਸੀ ਨਾ ਵੀ ਤੁਸੀਂ ਘਰੋਂ ਪੋਲੀਥੀਨ ਲੈ ਕੇ ਜਾਓ, ਕੋਈ ਵੀ ਚੀਜ਼ ਬਾਹਰੋਂ ਲਿਆਉਣੀ ਆ ਉਹਦੇ ਵਿੱਚ ਲੈ ਕੇ ਆਓ ਹਨਾ, ਪਰ ਫਿਰ ਵੀ ਆਪਾਂ ਉਹ ਲਿਫਾਫਿਆਂ ਦੀ ਵਰਤੋਂ ਕੀਤੀ। ਹੁਣ ਤੁਸੀਂ ਦੇਖੋ ਇੱਕ ਲਿਫਾਫਾ, ਉਹਨੂੰ ਆਪਾਂ ਕਿੰਨੇ ਵਾਰੀ ਵਰਤ ਸਕਦੇ ਹਾਂ ਹਨਾ, ਉਹੀ ਸਾਫ਼ ਕਰਕੇ ਉਹਨੂੰ ਧੋ ਕੇ ਆਪਾਂ ਵਰਤ ਸਕਦੇ ਹਾਂ। ਕੋਈ ਪਲਾਸਟਿਕ ਦੀ ਚੀਜ਼ ਆ, ਉਹਨੂੰ ਆਪਾਂ ਕਿੰਨੇ ਵਾਰੀ ਮਰਜ਼ੀ ਵਰਤ ਸਕਦੇ ਹਾਂ ਹਨਾ, ਧੋ ਕੇ ਉਹਨੂੰ ਧੁੱਪੇ ਸੁੱਕਣਾ ਪਾ ਦਿਓ, ਸਮੈਲ ਹੈ ਜਿਹੜੀ ਉੱਡ ਜਾਂਦੀ ਹੈ। ਤਾਂ ਮਤਲਬ ਇਹ ਨਿੱਕੇ ਨਿੱਕੇ ਚੀਜ਼ਾਂ ਮੈਨੂੰ ਲੱਗਦਾ ਆਪਾਂ ਜੋ ਚੀਜ਼ ਆਪਾਂ ਕਹਿ ਰਹੇ ਹਾਂ ਹਨਾ, ਉਹ ਆਪਾਂ ਨੂੰ ਆਮ ਹੀ ਨੋਰਮਲ ਜ਼ਿੰਦਗੀ 'ਚ ਪਤਾ, ਆਪਾਂ ਨੂੰ ਦੱਸਣੀਆਂ ਬਣਦੀਆਂ ਨਹੀਂ, ਪਰ ਫਿਰ ਵੀ ਆਪਾਂ ਨੂੰ ਲੱਗਦਾ ਹਨਾ ਵੀ ਹਾਲੇ ਕੋਈ ਵੀ ਇਹ ਚੀਜ਼ਾਂ ਨੂੰ ਫੋਲੋ ਨਹੀਂ ਕਰਦਾ। ਹੋ ਸਕਦਾ ਕਿਸੇ ਤੇ 2% ਵੀ ਅਸਰ ਪਏ ਉਹ ਚੀਜ਼ ਦਾ ਹਨਾ, ਤੇ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਫੋਲੋ ਕਰਨ ਲੱਗ ਜੇ। ਵੇਖੋ ਅਰਸ਼, ਜੇ ਅਸੀਂ ਆਪਾਂ ਆਪ ਸਫਾਈ ਰੱਖੀਏ ਹਨਾ, ਸਾਡੇ ਆਲੇ ਦੁਆਲੇ ਵਾਲਾ ਵੀ ਸਾਰੇ ਸਫਾਈ ਰੱਖਣ ਤੇ ਫੇਰ ਹੀ ਸਫਾਈ ਰਹਿੰਦੀ ਹੈ ਹਨਾ। ਤੇ ਵੇਖੋ ਕਈ ਵਾਰ ਆਪਾਂ ਸੜਕ ਬਾਹਰ ਜਾਂਦੇ ਆ, ਗੱਡੀ 'ਚ ਜਾਂਦੇ ਹਨਾ, ਤੇ ਆਪਾਂ ਨੂੰ ਪਾਣੀ ਦੀ ਲੋੜ ਹੁੰਦੀ, ਆਪਾਂ ਪਾਣੀ ਪੀ ਲੈਨੇ, ਤੇ ਜੋ ਖਾਲੀ ਬੋਤਲ ਹੁੰਦੀ ਆਪਾਂ ਸੜਕ ਤੇ ਸਿੱਟ ਦਿੰਨੇ ਹਨਾ, ਉਦੋਂ ਵੀ ਨਹੀਂ ਆਪਾਂ ਸੋਚਦੇ ਵੀ ਆਸੇ-ਪਾਸੇ ਵੀ ਗੰਦ ਪੈਂਦਾ ਹਨਾ। ਤੇ ਜਾਂ ਬੱਚਿਆਂ ਨੂੰ ਹੁੰਦਾ ਆਦਤ, ਜਿਵੇਂ ਤੁਸੀਂ ਕਿਹਾ ਸੀ ਬੱਚੇ ਕੁਝ ਖਾ ਲੈਂਦੇ ਆ, ਲੇਸ ਖਾ ਲੈਂਦੇ ਹਨਾ, ਤੇ ਜਿਹੜਾ ਲਿਫਾਫਾ ਹੁੰਦਾ ਜੇ ਉਹਨਾਂ ਨੂੰ ਕਹੇ ਵੀ ਉਹ ਪੋਲੀਥੀਨ ਜਾਂ ਤੁਸੀਂ ਨਾ ਸਿੱਟੋ ਬਾਹਰ ਹਨਾ, ਕਹਿ ਦਿੰਦੇ ਜਦੋਂ ਅਸੀਂ ਸਿੱਟਦੇ ਹਵਾ ਪੈਂਦੀ ਸਾਨੂੰ ਤਾਂ ਵਧੀਆ ਲੱਗਦਾ ਉਦੋਂ ਸਿੱਟਦਾ ਹਨਾ, ਤੇ ਉਹ ਬੱਚੇ ਸਿੱਟ ਦਿੰਦੇ। ਉਹਦੇ ਵਿੱਚ ਵੇਖੋ ਮਿਰਚਾਂ ਵੀ ਹੁੰਦੀਆਂ, ਜੇ ਕੋਈ ਮਗਰ ਆਉਂਦਾ ਹੋਵੇ ਤੇ ਉਹਦੇ ਅੱਖਾਂ 'ਚ ਵੀ ਮਿਰਚਾਂ ਪੈ ਸਕਦੀਆਂ ਹਨਾ, ਵੀ ਉਹਦੇ ਨਾਲ ਕਿੰਨਾ ਨੁਕਸਾਨ ਹੁੰਦਾ। ਤੇ ਬੱਚੇ ਵੀ ਇਹ ਜਿਹੀਆਂ ਗੱਲਾਂ ਆਪਾਂ ਨੂੰ ਬੱਚਿਆਂ ਨੂੰ ਉਦੋਂ ਸਮਝਾਉਣੀਆਂ ਚਾਹੀਦੀਆਂ ਵੀ ਇਹ ਤੁਹਾਨੂੰ ਸਿੱਟਣਾ ਨਹੀਂ ਚਾਹੀਦਾ, ਤੇ ਵਿੱਚ ਹੀ ਰੱਖੋ ਹਨਾ, ਵੀ ਜ਼ਰੂਰੀ ਨਹੀਂ ਵੀ ਤੁਸੀਂ ਸਿੱਟਣਾ ਹੀ ਸਿੱਟਣਾ। ਤੇ ਜੇ ਅਸੀਂ ਆਪ ਸਫਾਈ ਰੱਖਾਂਗੇ ਤੇ ਗਾਂ ਫੇਰ ਹੀ ਬੱਚੇ ਸਾਡੇ ਤੋਂ ਸਫਾਈ ਸਿੱਖਣਗੇ। ਤਾਂ ਤੁਸੀਂ ਭੈਣੇ ਦੇਖਿਆ ਹੋਊਗਾ ਹਨਾ, ਜਿਵੇਂ ਆਪਾਂ ਵੀ ਬਚਪਨ ਦੇ ਵਿੱਚ ਇਹ ਚੀਜ਼ਾਂ ਕਰਦੇ ਰਹੇ ਆ, ਕੋਈ ਲਿਫਾਫਾ ਕੋਈ ਪੋਲੀਥੀਨ ਆ ਹਨਾ, ਉਹਦੇ ਵਿੱਚ ਹਵਾ ਭਰ ਕੇ ਤੇ ਉਹਦੇ ਉੱਪਰ ਹੱਥ ਮਾਰਦੇ ਸੀ, ਉਹ ਫਟ ਜਾਂਦਾ ਸੀ ਹਨਾ। ਤਾਂ ਜੋ ਕੋਈ ਚੀਜ਼ ਆਪਾਂ ਕੈਨ ਆਉਂਦੇ ਆ ਹਨਾ ਛੋਟੇ ਛੋਟੇ, ਤੇ ਉਹ ਚੀਜ਼ ਆਪਾਂ ਖਾ ਪੀ ਕੇ ਸਭ ਤੇ ਆਪਾਂ ਉਹਦੇ ਤੇ ਰੱਖ ਕੇ ਉੱਤੇ ਛਾਲ ਮਾਰਦੇ ਸੀ ਨਾ ਵੀ ਇਹਦਾ ਬੜਾ ਸੋਹਣਾ ਪਟਾਕਾ ਪੈਂਦਾ ਹਨਾ। ਜਾਂ ਕੀ ਕੋਈ ਪਲਾਸਟਿਕ ਦੀ ਬੋਤਲ ਹੁੰਦੀ ਸੀਗੀ, ਉਹਦੇ ਤੇ ਪੈਰ ਰੱਖ ਕੇ ਉਹਨੂੰ ਜਮਾ ਫੇਕ ਕੇ ਤੇ ਉਹਨੂੰ ਘੜੀਸਦੇ ਹੋਏ ਲੈ ਕੇ ਜਾਂਦੇ ਸੀ। ਮਤਲਬ ਕਿੰਨੀਆਂ ਚੀਜ਼ਾਂ ਸੀ ਜਿਹੜੀਆਂ ਆਪਾਂ ਖੁਦ ਨੇ ਵੀ ਵੇਸਟ ਕੀਤੀਆਂ ਹੋਈਆਂ ਹਨਾ। ਚਲੋ ਸਮੇਂ ਅਕੋਰਡਿੰਗ ਆਪਾਂ ਨੂੰ ਵੀ ਮੱਤ ਆਈ ਵੀ ਹਾਂ ਇਹ ਚੀਜ਼ਾਂ ਜਿਹੜੀਆਂ ਦੁਬਾਰਾ ਉਮਰ ਦੇ ਹਿਸਾਬ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਨਾ ਜੀ, ਵੀ ਉਹ ਚੀਜ਼ਾਂ ਆਪਾਂ ਦੁਬਾਰਾ ਆਪਦੀ ਜ਼ਿੰਦਗੀ ਦੇ ਵਿੱਚ ਕਿਵੇਂ ਉਹਨਾਂ ਚੀਜ਼ਾਂ ਨੂੰ ਵਰਤ ਸਕਦੇ ਆ ਹਨਾ। ਤਾਂ ਵੀ ਉਹ ਚੀਜ਼ਾਂ ਜਿਹੜੀਆਂ ਵਰਤੀਆਂ ਜਾ ਸਕਦੀਆਂ ਉਹਨਾਂ ਨੂੰ ਆਪਾਂ ਨੂੰ ਜ਼ਰੂਰ ਵਰਤਣਾ ਚਾਹੀਦਾ। ਹੁਣ ਤੁਸੀਂ ਦੇਖੋ ਜਿਵੇਂ ਤੁਸੀਂ ਕਿਹਾ ਵੀ ਆਪਾਂ ਬੋਤਲ ਹੈ ਜਿਹੜੀ ਪਾਣੀ ਪੀ ਕੇ ਹਨਾ ਐ ਸਿੱਟ ਦਿੰਨੇ ਆ, ਉਹ ਬੋਤਲਾਂ ਜਿਹੜੀਆਂ ਨਾ ਭੈਣੇ ਤੁਸੀਂ ਦੇਖਿਆ ਹੋਊਗਾ ਵੀ ਫੋਰਨ ਕੰਟਰੀਜ਼ ਦੇ ਵਿੱਚ ਕਈ ਜਗ੍ਹਾ ਇਦਾਂ ਬਣਿਆ ਹੋਇਆ ਵੀ ਉਹ ਮਸ਼ੀਨਾਂ ਬਣੀਆਂ ਹੋਈਆਂ, ਜਿਹੜੀ ਕੋਈ ਪਲਾਸਟਿਕ ਦੀ ਬੋਤਲ ਵਗੈਰਾ ਹੁੰਦੀ ਆ ਉਹ ਮਸ਼ੀਨਾਂ ਦੇ ਵਿੱਚ ਪਾ ਦਿੰਦੇ, ਉਹਨਾਂ ਬਦਲੇ ਉਹਨਾਂ ਨੂੰ ਉਹ ਮਨੀ ਮਿਲ ਜਾਂਦੀ ਆ ਹਨਾ। ਵੀ ਉਹ ਕਿੰਨੀਆਂ ਵਧੀਆ ਚੀਜ਼ਾਂ, ਨਾਲੇ ਤਾਂ ਸਫਾਈ ਰਹਿੰਦੀ ਹੈ ਵੇਖੋ ਹਨਾ ਜੀ, ਉਹ ਚੀਜ਼ ਦਾ ਵੀ ਵਿਅਰਥ ਨਹੀਂ ਜਾਂਦੀ, ਨਾਲੇ ਉਹਨਾਂ ਨੂੰ ਫਿਰ ਪੈਸਾ ਵੀ ਮਿਲ ਜਾਂਦਾ ਜੀ। ਜਿਵੇਂ ਹੁਣ ਉਹ ਚੀਜ਼ਾਂ ਆਪਾਂ ਕੀ ਹੈ ਇਦਾਂ ਹੀ ਸਿੱਟ ਦਿੰਨੇ ਆ, ਤੇ ਉਹ ਚੀਜ਼ਾਂ ਆਪਾਂ ਨੂੰ ਕਿੰਨੀ ਵਾਰੀ ਆਪਾਂ ਵਰਤ ਸਕਦੇ ਆ। ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਤਾਂ ਆਮ ਹੀ ਇਹ ਚੀਜ਼ਾਂ ਹੁੰਦੀਆਂ ਹਨਾ, ਤੇ ਵੀ ਕੋਈ ਵੀ ਆਪਾਂ ਤੁਸੀਂ ਦੇਖੋ ਬੋਤਲ ਆ ਜਿਹੜੀ ਹਨਾ ਕੋਲਡ ਡਰਿੰਕ ਵਾਲੀ ਆ, ਉਹਨੂੰ ਖਾਲੀ ਕਰਕੇ ਆਪਾਂ ਕਹਿੰਦੇ ਆ ਵੀ ਇਹ ਤਾਂ ਸਾਡੇ ਦੁੱਧ ਲਿਜਾਣ ਦੇ ਕੰਮ ਆਊਗੀ ਹਨਾ, ਜਾਂ ਇਹਦੇ ਵਿੱਚ ਆਪਾਂ ਲੱਸੀ ਲੈ ਕੇ ਆਵਾਂਗੇ। ਮਤਲਬ ਪਿੰਡਾਂ 'ਚ ਇਹ ਚੀਜ਼ਾਂ ਵਰਤਦੇ ਆ, ਚੱਲਦੀਆਂ ਵੀ ਆ। ਸ਼ਹਿਰਾਂ ਵਾਲਿਆਂ ਨੂੰ ਜਿਵੇਂ ਉਹ ਦੁੱਧ ਪਾ ਕੇ ਦੇਣ ਜਾਂ ਲੱਸੀ ਪਾ ਕੇ ਦੇਣ, ਤੇ ਉਹ ਫਿਰ ਖਾਲੀ ਬੋਤਲਾਂ ਸਾਂਭ ਕੇ ਵੀ ਰੱਖਦੇ ਹਨਾ। ਫਿਰ ਉਹਨਾਂ ਨੂੰ ਐ ਹੁੰਦਾ ਵੀ ਉਹਨਾਂ ਨੇ ਤਾਂ ਖੇਤਾਂ ਨੂੰ ਵੀ ਭੇਜਣਾ ਹੁੰਦਾ ਦੁੱਧ ਲੱਸੀ, ਤੇ ਉਹਨਾਂ ਨੂੰ ਫਿਰ ਬਹੁਤ ਦਿੱਤੀਆਂ ਜਾਂਦੀਆਂ ਜੀ। ਤਾਂ ਵੀ ਇਹ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਆ, ਪਰ ਆਪਾਂ ਨੂੰ ਥੋੜਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਆ ਹਨਾ, ਵੀ ਕਿਹੜੀ ਚੀਜ਼ ਨੂੰ ਆਪਾਂ ਕਿੱਦਾਂ ਵਰਤਣਾ ਹੈਗਾ। ਕਿਉਂਕਿ ਆਪਾਂ ਜਿਵੇਂ ਹੁਣ ਕੋਈ ਬਰਤਨ ਆ, ਆਪਾਂ ਉਹ ਚੀਜ਼ ਨੂੰ ਕਹਿੰਦੇ ਆ ਵੀ ਹੁਣ ਵੇਸਟ ਹੋ ਗਿਆ ਹਨਾ, ਵੀ ਹੁਣ ਇਹ ਆਪਣੇ ਕਿਸੇ ਕੰਮ ਨਹੀਂ। ਤੁਸੀਂ ਦੇਖੋ ਸਟੀਲ ਦੀ ਚੀਜ਼ ਆ ਹਨਾ, ਉਹ ਚੀਜ਼ ਨੂੰ ਆਪਾਂ ਕਿੰਨੇ ਵਾਰੀ ਮਰਜ਼ੀ ਵਰਤ ਸਕਦੇ ਆ ਹਨਾ, ਵੀ ਉਹ 'ਚ ਤਾਂ ਕੋਈ ਏਦਾਂ ਇਸ਼ੂ ਨਹੀਂ ਹੁੰਦਾ ਹੈਗਾ ਵੀ ਆਪਾਂ ਇਹ ਚੀਜ਼ ਦੁਬਾਰੀ ਵਾਰ ਵਰਤੀ ਨਹੀਂ ਜਾ ਸਕਦੀ, ਉਹ ਤਾਂ ਮਾਂਜੇ ਤੋਂ ਸਾਫ਼ ਹੋ ਜਾਂਦੀ ਹੈ ਹਨਾ ਜੀ। ਜਿਵੇਂ ਹੁਣ ਆਪਾਂ ਦੇਖਦੇ ਆ ਵੀ ਫੋਰਨ ਕੰਟਰੀਜ਼ ਦੇ ਵਿੱਚ ਆਪਾਂ ਜਾਂਦੇ ਆ ਹਨਾ, ਵੀ ਉਹ ਹਰ ਇੱਕ ਚੀਜ਼ ਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਆ ਵੀ ਆਹ ਚੀਜ਼ ਹੈ ਜਿਹੜੀ ਤੁਸੀਂ ਸਿਰਫ ਇੰਨੇ ਟਾਈਮ ਵਾਸਤੇ ਹੀ ਵਰਤ ਸਕਦੇ ਆ, ਇਸ ਤੋਂ ਉੱਤੇ ਨਹੀਂ। ਤਾਂ ਤੁਸੀਂ ਇਹ ਵੀ ਦੇਖਿਆ ਹੋਊਗਾ ਨਾ ਵੀ ਇਧਰੋਂ ਇੰਡੀਆ ਚੋਂ ਲੋਕ ਫਿਰ ਉਹ ਚੀਜ਼ਾਂ ਉਧਰ ਲੈ ਕੇ ਆਉਂਦੇ ਆ ਹਨਾ, ਵੀ ਉਧਰ ਐਕਸਪਾਇਰੀ ਛੇਤੀ ਹੋ ਜਾਂਦੀਆਂ, ਵੀ ਉਹ ਚੀਜ਼ ਫਿਰ ਆਪਾਂ ਵਰਤ ਨਹੀਂ ਸਕਦੇ, ਤੇ ਉਹ ਇੰਡੀਆ 'ਚ ਲੈ ਕੇ ਆਉਂਦੀਆਂ ਵੀ ਇੱਧਰ ਆਪਣੀ ਇੰਨੀ ਐਕਸਪਾਇਰੀ ਡੇਟ ਨਹੀਂ ਲਿਖੀ ਹੁੰਦੀ। ਜਿਵੇਂ ਹੁਣ ਬੈੱਡ ਸ਼ੀਟਸ ਆ ਨਾ, ਆਪਾਂ ਕਿੰਨੇ ਵਾਰੀ ਮਰਜ਼ੀ ਵਰਤ ਲੈਂਦੇ ਆ, ਉਧਰ ਉਹਨਾਂ ਚੀਜ਼ਾਂ ਤੇ ਵੀ ਐਕਸਪਾਇਰੀ ਡੇਟ ਹੁੰਦੀ ਆ। ਫਿਰ ਇੱਕ ਬਹੁਤ ਚੰਗੀ ਗੱਲ ਜੇ ਹੁਣ ਮੈਂ ਕਹਾਂ ਹਨਾ ਵੀ ਉੱਥੇ ਕੀ ਹੁੰਦਾ ਨਾ ਵੀ ਘਰਾਂ ਦੇ ਬਾਹਰ ਹੀ ਇਹ ਜਿਹੜਾ ਕੂੜਾ ਰੱਖ ਦਿੱਤਾ ਜਾਂਦਾ ਹਨਾ, ਜਿਵੇਂ ਕੋਈ ਐਕਸਪਾਇਰ ਹੋ ਗਈ ਚੀਜ਼ ਜਾਂ ਕੋਈ ਵੀ ਚੀਜ਼ ਆ ਉਹ ਕੀ ਘਰਾਂ ਦੇ ਬਾਹਰ ਰੱਖ ਦਿੰਦੇ ਆ, ਤੇ ਕੋਈ ਵੀ ਲੋੜਵੰਦ ਇਨਸਾਨ ਆ ਉਹ ਆ ਕੇ ਉੱਥੋਂ ਚੱਕ ਕੇ ਲੈ ਜਾਂਦਾ।
ਕਿੱਡੀ ਵਧੀਆ ਚੀਜ਼ ਆ ਵੀ ਜਿਹਨੂੰ ਲੋੜ ਆ ਉਹ ਅਗਲਾ ਲੈ ਲੈਂਦਾ ਚੀਜ਼ ਜੀ। ਤੇ ਆਪਾਂ ਇੱਧਰ ਕੀ ਕਰਦੇ ਆ, ਮੈਨੂੰ ਲੱਗਦਾ ਮੋਸਟਲੀ ਘਰ ਇਦਾਂ ਦੇ ਹੋਣਗੇ ਜਿਹੜੇ ਕੀ ਆ ਉਸ ਜਿਵੇਂ ਹੁਣ ਕੋਈ ਆਪਣੇ ਕੱਪੜੇ ਆ ਆਪਾਂ ਹੁਣ ਨਹੀਂ ਪਾਉਂਦੇ, ਆਪਾਂ ਨੂੰ ਨਹੀਂ ਪਸੰਦ ਹੈਗੇ, ਜਾਂ ਆਪਣੇ ਉੱਚੇ ਹੋ ਗਏ, ਭੀੜੇ ਹੋ ਗਏ, ਕੁਝ ਵੀ ਹੋ ਗਿਆ ਹਨਾ, ਉਹ ਕੱਪੜੇ ਆਪਾਂ ਅੱਗ ਲਗਾ ਦਿੰਦੇ ਆ। ਤਾਂ ਅੱਗ ਲਗਾਉਣ ਦੀ ਜਗ੍ਹਾ ਜੇ ਮੈਨੂੰ ਲੱਗਦਾ ਵੀ ਉਹ ਚੀਜ਼ ਆਪਾਂ ਕਿਸੇ ਗਰੀਬ ਨੂੰ ਦਾਨ ਦਿੱਤੀ ਹੋਵੇ। ਤੁਸੀਂ ਦੇਖੋ ਇੱਕ ਗਰੀਬ ਇਨਸਾਨ ਆ ਹਨਾ, ਪੂਰੀ ਹੱਡ ਭੰਨਵੀਂ ਮਿਹਨਤ ਕਰਕੇ ਵੀ ਉਹ ਉਨੇ ਪੈਸੇ ਦੀ ਚੀਜ਼ ਨਹੀਂ ਲੈ ਸਕਦਾ ਜਿੰਨੇ ਪੈਸੇ ਦੀ ਤੁਸੀਂ ਪਾ ਕੇ 2 ਸਾਲ ਹੀ ਚਾਹੇ ਹੰਢਾ ਲਈ ਹਨਾ, ਵੀ ਆਪਾਂ ਉਹਨੂੰ ਅੱਗ ਲਗਾ ਦਿੰਨੇ ਆ ਹਨਾ, ਵੀ ਉਹ ਚੀਜ਼ ਤੁਸੀਂ ਇੱਕ ਗਰੀਬ ਨੂੰ ਦਾਨ ਦਿਓ। ਇਹ ਨਾਲੇ ਤਾਂ ਉਹ ਤੁਹਾਨੂੰ ਕਿੰਨੀਆਂ ਆਸਾਂ ਦੇਊਗਾ ਹਨਾ, ਨਾਲੇ ਉਹਦੀ ਕਿਸੇ ਕੰਮ ਆ ਜੂਗੀ। ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਚਾਹੀਦੀਆਂ। ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਆਉਂਦੇ ਆ ਆਹ ਪਿੰਗਲਵਾੜੇ ਵਾਲੇ ਆਉਂਦੇ ਆ ਹਨਾ, ਤੇ ਵੀ ਜਿਵੇਂ ਸਾਡੇ ਪਿੰਡ ਦੇ ਵਿੱਚ ਕੀ ਕਰਦੇ ਆ ਨਾ, ਕਾਫੀ ਘਰ ਇਹੋ ਜਿਹੇ ਆ ਜਿਹੜੇ ਕੀ ਆ ਉਹ ਆਪਦੇ ਕੱਪੜੇ ਹੁੰਦੇ ਆ ਉਹ ਕੀ ਆ ਇਕੱਠੇ ਕਰਕੇ ਰੱਖ ਲੈਂਦੇ ਆ, ਜਦੋਂ ਪਿੰਗਲਵਾੜੇ ਵਾਲੇ ਆਉਂਦੇ ਆ ਹਨਾ ਤੇ ਉਹਨਾਂ ਨੂੰ ਉਹ ਕੀ ਦਾਨ ਕਰ ਦਿੰਦੇ ਆ, ਜਾਂ ਕੋਈ ਭੋਜਨ ਜਿਹੜਾ ਉਹ ਦਾਨ ਕਰ ਦਿੰਦੇ। ਕਿੰਨੀਆਂ ਅਸੀਸਾਂ ਦਿੰਦੇ ਹੋਣਗੇ ਉਹ ਚੀਜ਼ ਹਨਾ। ਤੇ ਵੀ ਆਪਾਂ ਨੂੰ ਕੀ ਗਰੀਬ ਲੋਕਾਂ ਨੂੰ ਇਦਾਂ ਦਾਨ ਕਰ ਦੇਣਾ ਚਾਹੀਦਾ। ਬਿਲਕੁਲ ਅਰਸ਼ ਇਵੇਂ ਕਰਨਾ ਚਾਹੀਦਾ ਸਾਨੂੰ ਹਨਾ, ਵੀ ਜਿਹੜੇ ਸਾਡੇ ਕੱਪੜੇ ਖਰਾਬ ਹੁੰਦੇ ਆ ਸਾਨੂੰ ਅੱਗ ਨਹੀਂ ਲਾਉਣੀ ਚਾਹੀਦੀ, ਕਿਸੇ ਗਰੀਬ ਨੂੰ ਦੇਣਾ ਚਾਹੀਦਾ ਹਨਾ। ਜਾਂ ਆਪਣੇ ਘਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਹੁੰਦੀਆਂ ਜਿਵੇਂ ਪੋਚਾ ਕਰਦੀਆਂ, ਝਾੜੂ ਪੋਚੇ ਦਾ ਕਰਦੀਆਂ, ਜਾਂ ਹੋਰ ਕੁਝ ਕਰਦੀਆਂ ਹਨਾ, ਜੇ ਉਹਨਾਂ ਨੂੰ ਦੇ ਦਈਏ ਅਸੀਂ ਉਹ ਵੀ ਇੰਨੇ ਨਾਲ ਖੁਸ਼ ਹੋ ਜਾਂਦੀਆਂ ਨਾ, ਉਹਨਾਂ ਨੂੰ ਵੀ ਐਂ ਹੋ ਜਾਂਦਾ ਸਾਨੂੰ ਚਲੋ ਕੱਪੜੇ ਪਾਉਣ ਨੂੰ ਮਿਲ ਗਏ ਹਨਾ। ਤੇ ਆਪਾਂ ਨੂੰ ਐਂ ਹੁੰਦਾ ਵੀ ਇਹ ਖਰਾਬ ਬਸ ਅਸੀਂ ਤਾਂ ਅੱਗ ਹੀ ਲਾਉਣੀ ਆ ਹਨਾ। ਤੇ ਜਿਵੇਂ ਅਰਸ਼ ਹੁੰਦਾ ਵੀ ਜਿਵੇਂ ਸਬਜ਼ੀ ਦੇ ਛਿਲਕੇ ਹੁੰਦੇ ਆ ਹਨਾ, ਵੀ ਇਹ ਜਿਹੀਆਂ ਚੀਜ਼ਾਂ ਸਾਨੂੰ ਆਪਾਂ ਉਹੀ ਆਮ ਹੀ ਸਿੱਟ ਦਿੰਨੇ, ਆਪਾਂ ਕਹਿ ਦਿੰਨੇ ਚਲੋ ਬਾਹਰ ਸਿੱਟ ਦਿੰਨੇ ਗਲੀ 'ਚ ਵੀ ਚਲ ਪਸ਼ੂ ਆਉਣਗੇ ਉਹ ਖਾ ਲੈਣਗੇ ਜਾਂ ਹਨਾ, ਵੀ ਉਹ ਚੀਜ਼ਾਂ ਕਿੰਨੀਆਂ ਭੈੜੀਆਂ ਲੱਗਦੀਆਂ। ਸਗੋਂ ਉਹਦੀ ਜਗ੍ਹਾ ਸਾਨੂੰ ਇੱਕ ਥਾਂ ਤੇ ਟੋਆ ਪੱਟ ਲੈਣਾ ਚਾਹੀਦਾ ਹਨਾ। ਸਬਜ਼ੀ ਜਿਵੇਂ ਉਹਦੇ ਸਿਲਕੇ ਹੋ ਗਏ, ਜਾਂ ਆਪਾਂ ਸਲਾਦ ਕੱਟਦੇ ਆ ਉਹਦਾ ਸਿਲਕਾ ਹੁੰਦਾ ਹਨਾ, ਤੇ ਵੀ ਫਰੂਟ ਹੁੰਦੇ ਉਹਦੀਆਂ ਚੀਜ਼ਾਂ ਵੀ ਕਈ ਹੁੰਦੀਆਂ ਵੀ ਸਿਲਕਾ ਸਿੱਟਣ ਵਾਲੇ ਹੁੰਦੇ, ਵੀ ਉਹ ਜਿਹੀਆਂ ਚੀਜ਼ਾਂ ਸਾਨੂੰ ਇੱਕ ਥਾਂ ਸਗੋਂ ਟੋਏ 'ਚ ਸਿੱਟ ਦੇਣੀਆਂ ਚਾਹੀਦੀਆਂ। ਤੇ ਉੱਤੇ ਵਿੱਚ ਸਵਾਹ ਹੋਵੇ ਤਾਂ ਚੁੱਲ੍ਹੇ ਦੀ ਉਹ ਵੀ ਪਾ ਦਈਏ, ਤੇ ਪਾਣੀ ਪੂਣੀ ਪਾ ਦਈਏ ਵਿੱਚ ਹਨਾ, ਤੇ ਉਹ ਚੰਗੀ ਖਾਦ ਬਣ ਜਾਂਦੀ ਫਿਰ ਇੱਕ ਹਿਸਾਬ ਦੀ ਹਨਾ। ਤੇ ਜੇ ਆਪਾਂ ਉਹੀ ਬੂਟੇ ਨੂੰ ਪਾਗੇ ਜਾਂ ਪੌਦੇ ਨੂੰ ਆਪਦੇ ਨੂੰ ਪਾਗੇ ਤੇ ਕਿੰਨੀ ਵਧੀਆ ਖੁਰਾਕ ਬਣਦੀ, ਤੇ ਨਾਲੇ ਸਾਡੀ ਜਿਹੜੀ ਸਫਾਈ ਦਾ ਕੰਮ ਹੋਇਆ ਰਹਿੰਦਾ ਉਹਦੇ ਨਾਲ ਜੀ। ਉਹ ਕਿੱਡੀ ਕੀਮਤੀ ਚੀਜ਼ ਬਣ ਜਾਂਦੀ ਆ ਹਨਾ, ਤੇ ਕਿੱਥੇ ਆਪਾਂ ਉਹ ਚੀਜ਼ ਨੂੰ ਵੇਸਟ ਹੀ ਕਰਦੇ ਆ। ਹੁਣ ਪਿੰਡਾਂ ਦੇ ਵਿੱਚ ਕੀ ਹੁੰਦਾ, ਉਹ ਚੀਜ਼ ਜਿਵੇਂ ਛਿਲਕਾ ਕੋਈ ਹਨਾ ਕਿਸੇ ਸਬਜ਼ੀ ਦਾ ਹੋ ਗਿਆ, ਕਿਸੇ ਫਰੂਟ ਦਾ ਹੋ ਗਿਆ, ਉਹ ਕੀ ਪਸ਼ੂਆਂ ਨੂੰ ਪਾ ਦਿੰਦੇ ਆ, ਉਹ ਇੱਕ ਪਸ਼ੂਆਂ ਦੀ ਖੁਰਾਕ ਦਾ ਕੰਮ ਕਰਦੀ ਆ ਹਨਾ। ਤੇ ਜੇ ਉਹ ਆਪਾਂ ਜਿਵੇਂ ਤੁਸੀਂ ਕਿਹਾ ਵੀ ਉਹ ਇੱਕ ਟੋਏ ਦੇ ਵਿੱਚ ਪਾ ਕੇ ਵੀ ਉਹ ਇੱਕ ਖੁਰਾਕ ਬਣ ਜਾਂਦੀ ਜੀ, ਖਾਦ ਬਣ ਜਾਂਦੀ ਹੈ ਇੱਕ ਬੂਟਿਆਂ ਵਾਸਤੇ ਹਨਾ, ਉਹ ਕਿੱਡੀ ਵਧੀਆ ਚੀਜ਼ ਬਣ ਜਾਂਦੀ ਹੈ। ਹੁਣ ਜਿਵੇਂ ਕੀ ਆ ਆਪਣੇ ਹੁੰਦੇ ਆ ਪੋਲੀਥੀਨ ਹੁੰਦੇ ਆ ਨਾ, ਉਹਨਾਂ ਚੀਜ਼ਾਂ ਨੂੰ ਵੀ ਆਪਾਂ ਵਰਤ ਸਕਦੇ ਆ। ਕੋਈ ਗੱਤਾ ਆਰਟ ਐਂਡ ਕਰਾਫਟ ਭੈਣੇ ਤੁਸੀਂ ਦੇਖਿਆ ਹੋਊਗਾ ਨਾ, ਕਈ ਬੱਚਿਆਂ ਨੂੰ ਸ਼ੌਂਕ ਹੁੰਦਾ ਆਰਟ ਐਂਡ ਕਰਾਫਟ ਦਾ, ਜਿਹੜੀਆਂ ਵੇਸਟ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਉਹ ਕੀ ਆ ਕੰਮ ਲੈਂਦੇ ਆ, ਬਹੁਤ ਕੁਝ ਬਣਾ ਲੈਂਦੇ ਬੱਚੇ ਜੀ। ਜਿਵੇਂ ਹੁਣ ਆਪਾਂ ਬੋਤਲਾਂ, ਕੱਚ ਦੀਆਂ ਬੋਤਲਾਂ ਹੁੰਦੀਆਂ ਹਨਾ, ਉਹ ਚੀਜ਼ ਆਪਾਂ ਸਿੱਟ ਦਿੰਦੇ ਆ। ਤੇ ਅਸੀਂ ਬਚਪਨ ਦੇ ਵਿੱਚ ਨਾ ਵੀ ਸਾਨੂੰ ਜਿਵੇਂ ਅਲੱਗ ਸਬਜੈਕਟ ਹੁੰਦਾ ਹਨਾ, ਆਪਣੇ ਸਕੂਲਾਂ ਦੇ ਵਿੱਚ ਵੀ ਆਪਾਂ ਨੂੰ ਕਹਿੰਦੇ ਆਰਟ ਐਂਡ ਕਰਾਫਟ ਕਰਕੇ ਵਿਖਾਓ। ਤਾਂ ਉਹ ਚੀਜ਼ਾਂ ਨਾ ਅਸੀਂ ਬਚਪਨ ਦੇ ਵਿੱਚ ਜਿਵੇਂ ਕੱਚ ਦੀਆਂ ਬੋਤਲਾਂ ਹੁੰਦੀਆਂ ਸੀ ਨਾ, ਉਹ ਇਕੱਠੀਆਂ ਕਰਕੇ ਉਹਨਾਂ ਤੇ ਨਾ ਕਲੇ ਨਾਲ ਵੀ ਡਿਜ਼ਾਈਨਿੰਗ ਕਰਦੇ ਹੁੰਦੇ ਸੀਗੇ, ਤੇ ਉਹ ਫਿਰ ਉਹ ਕੀ ਹੈ ਇੱਕ ਪੌਟ ਬਣ ਜਾਂਦਾ ਹੁੰਦਾ ਸੀ ਨਾ, ਉਹਦੇ ਵਿੱਚ ਜਿਹੜੇ ਉਹ ਪਾ ਦਿੰਦੇ ਹੁੰਦੇ ਸੀਗੇ, ਫੁੱਲ ਪਾ ਦਿੰਦੇ ਸੀਗੇ, ਤਾਂ ਇੱਕ ਗੁਲਦਸਤੇ ਟਾਈਪ ਬਣ ਜਾਂਦਾ ਸੀਗਾ। ਜਾਂ ਕੀ ਹੈ ਜਿਵੇਂ ਬੈਂਗਲਸ ਹੁੰਦੀਆਂ ਆਪਣੀਆਂ ਨਾ, ਚੂੜੀਆਂ, ਆਪਾਂ ਕਹਿੰਦੇ ਆ ਵੇਸਟ ਆ, ਹੁਣ ਆਪਾਂ ਇਹਨੂੰ ਸਿੱਟ ਦਈਏ, ਉਹ ਇਕੱਠੀਆਂ ਕਰਕੇ ਇੱਕ ਫਲਾਵਰ ਦੀ ਤਰ੍ਹਾਂ ਕੁਝ ਬਣਾ ਲਿਆ ਹਨਾ। ਜਾਂ ਬਹੁਤ ਜਗ੍ਹਾ ਬਹੁਤ ਸੋਹਣੀ ਚੀਜ਼ ਬਣਦੀ ਹੈ ਬਣਾਗੇ ਤਾਂ ਆਪਾਂ, ਹਾਂ ਬਹੁਤ ਸੋਹਣੀ ਸੀਨਰੀ ਬਣਦੀ ਪੈਣੇ। ਜਿਹੜੀਆਂ ਸਿੱਪੀਆਂ ਹੁੰਦੀਆਂ ਆਪਾਂ ਨੂੰ ਰੇਤੇ ਦੇ ਵਿੱਚੋਂ ਮਿਲਦੀਆਂ ਹਨਾ, ਸਮੁੰਦਰਾਂ ਦੇ ਵਿੱਚ ਆਪਾਂ ਨੂੰ ਮਿਲਦੀ ਹੈ ਕਿਨਾਰਿਆਂ ਤੋਂ, ਤਾਂ ਉਹ ਚੀਜ਼ਾਂ ਦਾ ਬਹੁਤ ਕੁਝ ਆਪਾਂ ਬਣਾ ਸਕਦੇ ਆ। ਜਿਵੇਂ ਹੁਣ ਕੋਈ ਡਰਾਇੰਗ ਕਰਦਾ ਹਨਾ, ਉਹਦੇ ਤੇ ਮੋਰ ਬਣਾਇਆ, ਉਹ ਮੋਰ ਦੇ ਖੰਭਾਂ ਤੇ ਲਾ ਸਕਦੇ ਆ। ਕਿੱਡੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਦੀਆਂ ਉਹਨਾਂ ਤੋਂ ਵੀ। ਮਤਲਬ ਜੇ ਹੁਣ ਆਪਾਂ ਵਰਤਣਾ ਹੋਵੇ ਉਹ ਚੀਜ਼ ਨੂੰ, ਵੀ ਉਹ ਦਿਮਾਗ ਦੀ ਤਾਂ ਲੋੜ ਹੈ ਹਨਾ, ਪਰ ਵੀ ਉਹ ਆਪਾਂ ਲਾਉਣਾ ਵੀ ਉਹ ਚੀਜ਼ ਨੂੰ ਆਪਾਂ ਚੰਗੇ ਥਾਂ ਲਾਉਣਾ ਕਿ ਮਾੜੇ ਥਾਂ ਲਾਉਣਾ। ਵੇਖੋ ਅਰਸ਼, ਇੱਕ ਮੇਰੀ ਸਹੇਲੀ ਸੀਗੀ ਤੇ ਉਹਨਾਂ ਦੀ ਕੋਠੀ ਪਾਈ ਵੀ ਸੀ ਸ਼ਹਿਰ 'ਚ, ਤੇ ਉਹਨਾਂ ਦੀ ਜਮਾ ਮੇਨ ਸੜਕ ਤੇ ਸੀ, ਤੇ ਨਾਲ ਹੀ ਉਹਨਾਂ ਦੇ ਪਲਾਟ ਖਾਲੀ ਪਿਆ ਸੀ ਹੈ। ਤੇ ਜਦੋਂ ਅਸੀਂ ਉਹਨਾਂ ਦੇ ਘਰੇ ਮਿਲਣ ਗਏ ਤੇ ਉਹੀ ਗੱਲ ਵੀ ਘਰੇ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਸਫਾਈ ਸੀ ਹਨਾ, ਬਹੁਤ ਸੋਹਣਾ ਘਰ ਸੀ, ਤੇ ਵੀ ਵਿੱਚੋਂ ਤਾਂ ਬਹੁਤ ਵਧੀਆ ਸੀ। ਤੇ ਵੇਖਿਆ ਉਸੇ ਉਹਨਾਂ ਦਾ ਜਿਹੜਾ ਕੂੜਾ ਕਰਕਟ ਸੀ ਉਹ ਸਾਰਾ ਨਾਲ ਖਾਲੀ ਪਲਾਟ ਦੇ ਵਿੱਚ ਹੀ ਸਿੱਟ ਦਿੰਦੇ ਸੀ ਹਨਾ। ਉਹਨਾਂ ਨੂੰ ਐ ਹੁੰਦਾ ਸੀ ਵੀ ਸਾਡੇ ਨਾਲ ਪਿਆ ਜਿਹੜਾ ਖਾਲੀ ਪਲਾਟ ਪਿਆ, ਪਰ ਜਦੋਂ ਘਰੋਂ ਬਾਹਰ ਨਿਕਲਦੇ ਉਹ ਵੇਖਣ ਨੂੰ ਕਿੰਨੀ ਚੀਜ਼ ਭੈੜੀ ਲੱਗਦੀ ਸੀ ਹਨਾ, ਵੀ ਕਿੰਨੀ ਬੁਰੀ ਲੱਗਦੀ ਹੈ। ਵੀ ਉਹੀ ਜੇ ਤੁਹਾਡੇ ਆਲੇ ਦੁਆਲੇ ਸਾਫ਼ ਹੋਊ ਤਾਂ ਕਿੱਡਾ ਚੰਗਾ ਲੱਗਦਾ ਹਨਾ। ਅੰਦਰ ਸਫਾਈ ਕਰੀਦਾ ਵੀ ਫੇਰ ਹੀ ਫਾਇਦਾ ਜੇ ਆਪਣੇ ਨਾਲ ਦੀ ਸਫਾਈ ਹੋਊਗੀ ਹਨਾ। ਵੀ ਨਾਲੇ ਉੱਥੇ ਕਿੰਨੇ ਗੰਦ ਤੇ ਕਿੰਨੀਆਂ ਮੱਖੀਆਂ ਬੈਠਦੀਆਂ, ਗੰਦੇ ਥਾਂ ਤੇ ਬੈਠਦੀਆਂ, ਉਹੀ ਫਿਰ ਆਪਣੇ ਘਰੇ ਆਉਂਦੀਆਂ ਹਨਾ। ਵੀ ਸਾਨੂੰ ਇਹ ਜਿਹੀਆਂ ਗੱਲਾਂ ਨਿੱਕੀਆਂ ਨਿੱਕੀਆਂ ਦਾ ਧਿਆਨ ਰੱਖਣਾ ਚਾਹੀਦਾ ਹਨਾ। ਤੇ ਕੰਗਾਂ ਨੂੰ ਤਾਂ ਇਹ ਹੁੰਦਾ ਵੀ ਸਾਡੇ ਘਰੇ ਹੀ ਸਫਾਈ ਹੋਵੇ, ਆਸੇ ਪਾਸੇ ਭਾਵੇਂ ਨਹੀਂ ਹੈਗੀ ਤਾਂ ਸਫਾਈ ਨਹੀਂ ਹੈਗੀ। ਜੀ ਜਿਵੇਂ ਹੁਣ ਭੈਣੇ ਆਪਣੇ ਕਾਪੀਆਂ ਕਾਗਜ਼ ਹੁੰਦੇ ਆ ਹਨਾ,
ਤਾਂ ਨਾ ਸਾਨੂੰ ਸਕੂਲਾਂ ਦੇ ਵਿੱਚ ਇਹ ਸਮਝਾਉਂਦੇ ਹੁੰਦੇ ਸੀ ਵੀ ਜੇ ਤੁਸੀਂ ਪੈਨ ਨਾਲ ਲਿਖ ਦਿਓ ਕਾਪੀ ਤੇ ਤਾਂ ਉਹ ਚੀਜ਼ ਵੇਸਟ ਹੋ ਜਾਂਦੀ ਆ ਹਨਾ, ਵੀ ਇੱਕ ਪੇਜ ਤੇ ਹੁਣ ਤੁਸੀਂ ਪੈਨ ਨਾਲ ਲਿਖਿਆ ਉਹ ਕਦੇ ਵੀ ਸਾਫ਼ ਨਹੀਂ ਹੋਊਗਾ। ਜੇ ਪੈਨਸਲ ਨਾਲ ਲਿਖਾਂਗੇ ਤਾਂ ਉਹ ਚੀਜ਼ ਜਿਹੜੀ ਦੁਬਾਰਾ ਵਰਤੋਂ ਚ ਆ ਸਕਦੀ, ਕਿਉਂਕਿ ਉਹ ਆਪਾਂ ਜਿਹੜਾ ਰੱਬ ਕਰ ਦਿੰਦੇ ਆ ਹਨਾ ਸਾਰਾ। ਤਾਂ ਹੀ ਤਾਂ ਅਰਚ ਵੇਖੋ, ਜਿਵੇਂ ਛੋਟੇ ਬੱਚੇ ਜਦੋਂ ਉਹਨਾਂ ਨੂੰ ਸ਼ੁਰੂ ਚ ਲਿਖਣ ਸਿਖਾਉਂਦੇ ਉਹਨਾਂ ਨੂੰ ਪੈਨਸਲ ਨਾਲ ਸਿਖਾਉਂਦੇ ਆ ਹਨਾ। ਆਪਾਂ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਨੂੰ ਇੰਨਾ ਜਲਦੀ ਨਹੀਂ ਲਿਖਣਾ ਆਉਣਾ, ਉਹਨਾਂ ਨੂੰ ਪਤਾ ਹੁੰਦਾ ਮੈਡਮਾਂ ਨੂੰ ਵੀ ਜੇ ਗਲਤ ਲਿਖ ਲੈਣਗੇ ਤਾਂ ਜਲਦੀ ਫਿਰ ਢਾਹ ਵੀ ਲੈਣਗੇ ਜੀ। ਤਾਂ ਹੁਣ ਭੈਣੇ ਉਹਨਾਂ ਚੀਜ਼ਾਂ ਨੂੰ ਦੇਖੋ ਤੁਸੀਂ, ਆਪਾਂ ਕਾਗਜ਼ ਕਿੰਨੇ ਵੇਸਟ ਕਰਦੇ ਆ, ਉਹਦੇ ਨਾਲ ਕੀ ਆ ਜਿਹੜੇ ਦਰਖਤ ਕਿੰਨੇ ਕੱਟੇ ਜਾਈ ਜਾਂਦੇ, ਕਿਉਂਕਿ ਜਿਹੜਾ ਕਾਗਜ਼ ਆ ਹਨਾ ਆਪਾਂ ਰੁੱਖਾਂ ਤੋਂ ਬਣਦਾ ਹੈਗਾ, ਤਾਂ ਉਹਦੇ ਨਾਲ ਕਿੰਨੇ ਜਿਹੜੇ ਰੁੱਖ ਆ ਉਹ ਵੱਡੇ ਜਾਈ ਜਾਂਦੇ ਆ, ਫਿਰ ਉਹਦੇ ਨਾਲ ਆਪਣਾ ਵਾਤਾਵਰਨ ਕਿੰਨਾ ਖਰਾਬ ਹੋ ਰਿਹਾ ਹਨਾ। ਤਾਂ ਤੁਸੀਂ ਇਹ ਦੇਖੋ ਵੀ ਜਿਵੇਂ ਈ ਵੇਸਟੇਜ ਹੋ ਜਾਂਦੀ ਆ, ਜਿਵੇਂ ਕੋਈ ਕੰਪਿਊਟਰ ਆ ਹਨਾ, ਕੋਈ ਟੈਲੀਵਿਜ਼ਨ ਆ, ਕੋਈ ਵੀ ਚੀਜ਼ ਆ, ਤਾਂ ਉਹ ਚੀਜ਼ਾਂ ਆਪਣੀ ਤੇ ਕਿੰਨਾ ਪ੍ਰਭਾਵ ਪਾ ਰਹੀਆਂ। ਹੁਣ ਆਪਾਂ ਕਹਿ ਲਈਏ ਵੀ ਜਿਵੇਂ ਹੁਣ ਭੈਣੇ ਮਾਈਕਰੋ ਪਲਾਸਟਿਕ ਆ ਹਨਾ, ਜੇ ਆਪਾਂ ਔਸਤਨ ਦੇਖੀਏ ਨਾ ਇਹਦੀ, ਤਾਂ ਆਪਾਂ 1 ਸਾਲ ਦੇ ਅੰਦਰ ਵੀ ਜਦੋਂ ਹਵਾ ਦੇ ਵਿੱਚ ਨਾ ਛੋਟੇ ਛੋਟੇ ਕਣ ਹੁੰਦੇ ਆ ਉਹਨੂੰ ਆਪਾਂ ਪਲਾਸਟਿਕ ਕਹਿ ਦਿੰਦੇ ਆ ਹਨਾ। ਤਾਂ ਉਹ ਚੀਜ਼ ਨਾ ਆਪਾਂ 1 ਸਾਲ ਦੇ ਅੰਦਰ ਜੇ ਦੇਖੀਏ ਤਾਂ ਇੱਕ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਨਾ, ਇੰਨੀ ਚੀਜ਼ ਹੈ ਜਿਹੜੀ ਉਹ ਆਪਾਂ ਅੰਦਰ ਨਿਗਲ ਲੈਂਦੇ ਆ, ਕਿੱਡੀ ਆਪਣੀ ਸਿਹਤ ਵਾਸਤੇ ਉਹ ਮਾੜੀ ਚੀਜ਼ ਆ। ਉਹੀ ਗੱਲ, ਉਹ ਵੇਖਣ ਨੂੰ ਆਪਾਂ ਨੂੰ ਦਿਸਦੀ ਨਹੀਂ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਹੈ ਜੀ। ਤਾਂ ਇਹਨਾਂ ਚੀਜ਼ਾਂ ਦਾ ਆਪਣੇ ਤੇ ਕਿੰਨਾ ਪ੍ਰਭਾਵ ਪੈ ਰਿਹਾ। ਹੁਣ ਆਪਾਂ ਸ਼ਹਿਰਾਂ ਦੇ ਵਿੱਚ ਅਕਸਰ ਹੀ ਦੇਖਦੇ ਆ ਨਾ, ਪਿੰਡਾਂ 'ਚ ਤਾਂ ਚਲੋ ਫਿਰ ਨਿਪਟਾਰਾ ਹੋ ਜਾਂਦਾ ਇਹਨਾਂ ਚੀਜ਼ਾਂ ਦਾ ਹਨਾ, ਤੇ ਜਦੋਂ ਆਪਾਂ ਸ਼ਹਿਰਾਂ ਦੇ ਵਿੱਚ ਆਈਏ ਤਾਂ ਉੱਥੇ ਜਿਹੜਾ ਕੂੜਾ ਆਪਾਂ ਦੇਖਦੇ ਆ ਵੱਡੇ ਵੱਡੇ ਢੇਰ ਲੱਗੇ ਪਏ ਹੁੰਦੇ ਆ, ਕਿੱਡੀ ਗੰਦਗੀ ਹੁੰਦੀ ਆ। ਹੁਣ ਤੁਸੀਂ ਦੇਖੋ ਵੀ ਉੱਥੇ ਗੰਦਗੀ ਵੀ ਕਿੰਨੀ ਹੁੰਦੀ ਆ ਅਰਚ, ਤੇ ਕਿੰਨਾ ਉੱਥੇ ਮੱਖੀਆਂ ਕਿੰਨੀਆਂ ਗੰਦੀਆਂ ਹੁੰਦੀਆਂ ਹਨਾ। ਜੇ ਫਿਰ ਵਾਰਾ ਪਸ਼ੂ ਫਿਰਦੇ ਹੁੰਦੇ ਤੇ ਉਹ ਵੀ ਫਿਰ ਕਿੰਨੇ ਉੱਥੇ ਵਿੱਚ ਫਿਰਦੇ ਹੁੰਦੇ ਆ ਹਨਾ। ਜੀ, ਜਿਵੇਂ ਤੁਸੀਂ ਕਿਹਾ ਹਨਾ ਵੀ ਕਦੇ ਵੀ ਸਫਾਈ ਇਦਾਂ ਨਾ ਕਰੋ ਵੀ ਆਪਾਂ ਨੱਕ ਨੂੰ ਲਾ ਕੇ ਹਨਾ ਗੱਲ ਨਾ ਲਾ ਲਈਏ, ਤਾਂ ਵੀ ਉਹ ਚੀਜ਼ ਜਿਹੜੀ ਆਪਾਂ ਇੱਥੋਂ ਹੂੰਜ ਕੇ ਹੁਣ ਆਪਾਂ ਇਸੇ ਕੰਧ ਨਾਲ ਹੀ ਲਾ ਦਈਏ, ਉਹ ਕਿੱਡੀ ਭੈੜੀ ਚੀਜ਼ ਆ ਹਨਾ। ਉਸ ਤੇ ਕਿੰਨੀਆਂ ਮੱਖੀਆਂ ਆਉਣਗੀਆਂ, ਕਿੰਨੀਆਂ ਆਪਾਂ ਨੂੰ ਬਿਮਾਰੀਆਂ ਫੈਲਣਗੀਆਂ, ਕਿਉਂਕਿ ਉਹੀ ਮੱਖੀਆਂ ਆਪਣੇ ਆ ਕੇ ਖਾਣੇ ਤੇ ਬਹਿੰਦੀਆਂ। ਆਪਾਂ ਜਿੰਨੀ ਚਾਹੇ ਮਰਜ਼ੀ ਆਪਾਂ ਸੋਧ ਸਫਾਈ ਨਾਲ ਕੋਈ ਚੀਜ਼ ਕਰ ਲਈ ਹਨਾ, ਜਿਹੜੀ ਮੱਖੀ ਨੇ ਆ ਕੇ ਖਰਾਬ ਕਰ ਦੇਣੀ ਆ, ਉਹ ਜਿਹੜੀ ਆਪਾਂ ਨੂੰ ਦਿਖਣੀ ਤਾਂ ਹੈ ਨਹੀਂ ਹਨਾ, ਤਾਂ ਉਹ ਆਪਣੇ ਅੰਦਰ ਜਾ ਕੇ ਆਪਾਂ ਨੂੰ ਕਿੰਨੀਆਂ ਬਿਮਾਰੀਆਂ ਜਿਹੜੀਆਂ ਬਾਅਦ ਚ ਚੱਲਣੀਆਂ ਪੈਂਦੀਆਂ। ਮਤਲਬ ਇਦੋਂ ਬਾਅਦ ਚ ਪਛਤਾਵਾ ਕਰਨ ਨਾਲੋਂ ਚੰਗਾ ਇਹੀ ਹੁੰਦਾ ਵੀ ਆਪਾਂ ਪਹਿਲਾਂ ਹੀ ਉਹ ਚੀਜ਼ਾਂ ਨੂੰ ਧਿਆਨ ਚ ਰੱਖ ਲਈਏ। ਹੁਣ ਭੈਣੇ ਇੱਕ ਤਾਂ ਆਪਾਂ ਇਹ ਕੂੜੇ ਬਾਰੇ ਗੱਲ ਕੀਤੀ ਹੈ ਨਾ, ਜਿਹਦੇ ਚ ਆਪਾਂ ਲਿਫਾਫੇ, ਛਿਲਕੇ, ਪਲਾਸਟਿਕ ਬਹੁਤ ਚੀਜ਼ਾਂ ਦੀ ਗੱਲ ਕੀਤੀ ਹੈ ਨਾ, ਤਾਂ ਇੱਕ ਆਪਾਂ ਕੂੜਾ ਉਹਨਾਂ ਚੀਜ਼ਾਂ ਨੂੰ ਮੰਨ ਲੈਂਦੇ ਆ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਕਹਿੰਦੇ ਵੀ ਹੁਣ ਇਹ ਸਾਡੇ ਵਾਸਤੇ ਵਾਧੂ ਹੋ ਗਈਆਂ। ਹੁਣ ਤੁਸੀਂ ਇਹ ਦੇਖੋ ਵੀ ਜਿਵੇਂ ਆਪਣੇ ਮੇਰੇ ਮਦਰ ਹੋਰੀ ਆ ਹਨਾ, ਉਹਨਾਂ ਦੇ ਜਿਹੜੇ ਦਾਜ ਦੇ ਵਿੱਚ ਸਮਾਨ ਆਇਆ, ਮੈਂ ਅਕਸਰ ਹੀ ਉਹਨਾਂ ਨੂੰ ਕਹਿ ਦਿੰਦੀ ਆ ਨਾ ਵੀ ਜਿਹੜੇ ਉਹਨਾਂ ਦੇ ਵਿਆਹ ਦੇ ਵਿੱਚ ਨਾ TV ਆਇਆ ਸੀਗਾ ਹਨਾ ਦਾਜ ਦੇ ਵਿੱਚ, ਤੇ ਉਹ ਖਰਾਬ ਹੋ ਗਿਆ, ਤੇ ਹੁਣ ਉਹ ਚੀਜ਼ ਨੂੰ 8-7 ਸਾਲ ਹੋ ਗਏ ਹਨਾ, ਤੇ ਉਹ ਉਵੇਂ ਸਾਂਭੀ ਬੈਠੇ ਆ। ਮੈਂ ਉਹਨਾਂ ਨੂੰ ਉਹੀ ਕਹਿ ਦਿੰਦੀ ਆ ਹਨਾ ਮਜ਼ਾਕ ਦੇ ਵਿੱਚ ਹੀ ਹਨਾ, ਤੇ ਵੀ ਇਹ ਚੀਜ਼ ਜਿਹੜੀ ਖਰਾਬ ਹੋ ਚੁੱਕੀ ਹੈ ਵੀ ਵਾਧੂ ਹੋ ਗਈ, ਵੀ ਹੁਣ ਆਪਾਂ ਇਹਨੂੰ ਸਿੱਟ ਦਈਏ। ਤੇ ਮਤਲਬ ਉੱਥੇ ਮੇਰੇ ਮੰਮਾ ਮੈਨੂੰ ਕਹਿੰਦੇ ਵੀ ਨਹੀਂ, ਇਹ ਚੀਜ਼ ਆ ਜਿਹੜੀ ਮੇਰੇ ਪੇਕਿਆਂ ਤੋਂ ਆਈ ਹੈ ਹਨਾ, ਇਹਦੇ ਨਾਲ ਮੇਰੀਆਂ ਕਿੰਨੀਆਂ ਯਾਦਾਂ ਜੁੜੀਆਂ, ਵੀ ਮੈਂ ਇਹ ਚੀਜ਼ ਨੂੰ ਸਿੱਟ ਨਹੀਂ ਸਕਦੀ ਹਨਾ। ਵੀ ਉਹ ਚੀਜ਼ਾਂ ਕਰਕੇ ਔਰਤਾਂ ਨੂੰ ਜਿਹੜੀ ਪੇਕੇ ਚੀਜ਼ ਦੇ ਤੇ ਉਹਨੂੰ ਤੇ ਮਾਣ ਬੜਾ ਹੁੰਦਾ ਹਨਾ, ਤੇ ਉਹ ਚੀਜ਼ ਨੂੰ ਸਿੱਟਣ ਨੂੰ ਜੀ ਨਹੀਂ ਕਰਦਾ ਜੀ। ਤੇ ਤੁਸੀਂ ਦੇਖੋ ਭੈਣੇ ਹਨਾ, ਉਹ ਚੀਜ਼ਾਂ ਜਿਹੜੀਆਂ ਵੀ ਆਪਾਂ ਤਾਂ ਆਪਣੇ ਵਾਸਤੇ ਤਾਂ ਉਹ ਚੀਜ਼ਾਂ ਹੁਣ ਵਾਧੂ, ਕਿਉਂਕਿ ਸਮੇਂ ਦੇ ਅਕੋਰਡਿੰਗ ਜਿਵੇਂ ਆਪਾਂ ਦੇਖਦੇ ਆ ਨਾ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਆਉਂਦੀਆਂ, ਆਪਾਂ ਕਹਿੰਦੇ ਵੀ ਪੁਰਾਣੀਆਂ ਜਿਹੜੀਆਂ ਹੁਣ ਵਾਧੂ ਹੋ ਗਈਆਂ, ਪਰ ਉਹਨਾਂ ਨਾਲ ਆਪਣੇ ਮਾਂ-ਬਾਪ ਦੀਆਂ ਕਿੰਨੀਆਂ ਯਾਦਾਂ ਜੁੜੀਆਂ, ਕਿੰਨੇ ਜਜ਼ਬਾਤ ਜੁੜੇ ਹੁੰਦੇ ਆ ਹਨਾ, ਉਹਨਾਂ ਪਿੱਛੇ ਦੀ ਆਪਾਂ ਕਹਾਣੀ ਨਹੀਂ ਪੜ੍ਹ ਪਾਉਂਦੇ ਹੈਗੇ। ਪਰ ਮੈਨੂੰ ਲੱਗਦਾ ਵੀ ਜਿਵੇਂ ਜਿਵੇਂ ਸਮਾਂ ਚੇਂਜ ਹੁੰਦਾ ਹਨਾ, ਹਰ ਇੱਕ ਚੀਜ਼ ਚੇਂਜ ਹੁੰਦੀ ਹੈ। ਹੁਣ ਤੁਸੀਂ ਦੇਖੋ ਵੀ ਆਪਣੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਹਨਾ, ਜਿਹੜੀਆਂ ਆਪਾਂ ਨਹੀਂ ਵਰਤਣੀਆਂ ਹੁੰਦੀਆਂ, ਹੁਣ ਆਪਾਂ ਨੂੰ ਲੱਗਦਾ ਵੀ ਇੱਕ ਟਾਈਮ ਤੇ ਆ ਕੇ ਵੀ ਹੁਣ ਇਹ ਚੀਜ਼ਾਂ ਨੂੰ ਆਪਾਂ ਇਹਨਾਂ ਦਾ ਨਿਪਟਾਰਾ ਕਰ ਦਈਏ ਹਨਾ, ਕਿਉਂਕਿ ਆਪਾਂ ਨਵੀਆਂ ਚੀਜ਼ਾਂ ਲਿਆਉਣੇ ਆ। ਤੇ ਜੇ ਆਪਾਂ ਉਹ ਪੁਰਾਣੀਆਂ ਵੀ ਆਪਾਂ ਕਵਾਂਗੇ ਵੀ ਆਪਾਂ ਸਾਂਭ ਕੇ ਰੱਖੀਏ, ਹਾਂ ਚਲੋ ਮੰਨ ਲਓ ਆਪਾਂ 1-2 ਚੀਜ਼ਾਂ ਆਪਾਂ ਸਾਂਭ ਵੀ ਸਕਦੇ ਆ ਹਨਾ, ਪਰ ਇੰਨੀ ਜਗ੍ਹਾ ਵੀ ਨਹੀਂ ਹੁੰਦੀ ਅਰਚ ਫਿਰ ਜੀ। ਹੁਣ ਆਪਾਂ ਘਰਾਂ ਦੇ ਵਿੱਚ ਭੈਣੇ 1-2 ਕਮਰੇ ਜੇ ਆਪਾਂ ਇਹਨਾਂ ਚੀਜ਼ਾਂ ਵਾਸਤੇ ਲਾ ਲਾਂਗੇ ਹਨਾ, ਤਾਂ ਕਿੰਨੀ ਆਪਣੇ ਪੈਸੇ ਦੀ ਵੀ ਇਹਨਾਂ 'ਚ ਵੇਸਟੇਜ ਹੋ ਰਹੀ ਹੈ, ਤੇ ਫਿਰ ਆਪਾਂ ਉਹ ਚੀਜ਼ਾਂ ਨੂੰ ਸਾਂਭ ਕੇ ਕਿਤੇ ਲਿਜਾ ਵੀ ਨਹੀਂ ਸਕਦੇ ਹੈਗੇ ਹਨਾ। ਤਾਂ ਵੀ ਉਹ ਮੈਨੂੰ ਲੱਗਦਾ ਵੀ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਉਵੇਂ ਆਪਾਂ ਨੂੰ ਸੋਚ ਵੀ ਬਦਲਣੀ ਪਊਗੀ, ਹੁਣ ਆਪਾਂ ਨੂੰ ਨਵੀਆਂ ਚੀਜ਼ਾਂ 'ਚ ਵੀ ਢਲਣਾ ਪਊਗਾ ਹਨਾ। ਤਾਂ ਵੀ ਉਹ ਚੀਜ਼ਾਂ ਜਿਹੜੀਆਂ ਆਪਾਂ ਕੂੜਾ ਸਮਝ ਲੈਂਦੇ ਉਹਨਾਂ ਨੂੰ ਕੂੜਾ ਵੀ ਨਹੀਂ ਸਮਝਣਾ ਚਾਹੀਦਾ, ਉਹ 'ਚ ਚਲੋ ਵਾਧੂ ਆਪਾਂ ਕਹਿ ਸਕਦੇ ਹਾਂ, ਪਰ ਉਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਆਪਾਂ ਲੱਗਦਾ ਵੀ ਆਪਾਂ ਸਾਂਭ ਸਕਦੇ ਆ ਵੀ ਬਹੁਤ ਦੂਰ ਤੱਕ। ਹੁਣ ਆਪਾਂ ਦੇਖਦੇ ਆ ਵੀ ਪ੍ਰੀ ਵੈਡਿੰਗ ਸ਼ੂਟ ਹੁੰਦੇ ਆ ਨਾ, ਉਹਦੇ ਵਿੱਚ ਸਾਰਾ ਪੁਰਾਣਾ ਵਿਰਸਾ ਦਿਖਾਇਆ ਹੁੰਦਾ ਹਨਾ, ਪੁਰਾਣੇ ਟੈਲੀਵਿਜ਼ਨ, ਰੇਡੀਓ ਹੋ ਗਏ ਹਨਾ, ਵੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਇਹਦੇ ਚਰਖੇ ਹੋ ਗਏ ਹਨਾ। ਹੁਣ ਤਾਂ ਲੋਕ ਵੀ ਉਹ ਚਰਖਿਆਂ ਨੂੰ ਪੇਂਟ ਕਰਕੇ ਵੀ ਉਹ ਆਪਦੇ ਘਰਾਂ ਵਿੱਚ ਸਜਾਵਟ ਦੇ ਤੌਰ ਤੇ ਰੱਖਦੇ ਆ ਚੀਜ਼ ਬਣ ਜਾਂਦੀ ਹਨਾ। ਤੇ ਵੀ ਪਹਿਲਾਂ ਹੁੰਦਾ ਸੀਗਾ ਵੀ ਉਹਨਾਂ ਤੋਂ ਕੰਮ ਲਿਆ ਜਾਂਦਾ ਸੀਗਾ,
ਪਰ ਆਪਾਂ ਹਰ ਇੱਕ ਚੀਜ਼ ਵੀ ਨਹੀਂ ਸਾਂਭ ਸਕਦੇ ਨਾ, ਕੋਈ ਚਲੋ ਯਾਦਗਰੀ ਦੇ ਤੌਰ ਤੇ ਆਪਾਂ ਕਹਿ ਸਕਦੇ ਵੀ ਇੱਕ ਦੋ ਚੀਜ਼ਾਂ ਆਪਣੇ ਤੋਂ ਸਾਂਭੀਆਂ ਜਾਣ। ਵੇਖੋ ਅਰਚ ਤੁਹਾਡੇ ਵਾਲੀ ਗੱਲ ਸਹੀ ਹੈ ਵੀ ਹਰ ਇੱਕ ਚੀਜ਼ ਤਾਂ ਆਪਾਂ ਤੋਂ ਸਾਂਭੀ ਵੀ ਨਹੀਂ ਜਾਂਦੀ ਹੈ ਨਾ, ਵੀ ਜਿਵੇਂ ਹੁਣ ਪਹਿਲਾਂ ਟਾਈਮ 'ਚ ਪੱਖੀਆਂ ਹੁੰਦੀਆਂ ਸੀ ਹਵਾ ਚੱਲਣ ਤੇ ਅੱਜ ਕੱਲ ਅਗਲਾ ਕਹਿ ਦਿੰਦਾ ਆਪਾਂ ਇਹਨਾਂ ਤੋਂ ਕੀ ਲੈਣਾ ਹੈ ਨਾ, ਵੀ ਆਪਣੇ ਜਨਰੇਟਰ ਹੈਗੇ ਲਾਈਟ ਉੱਠ ਜੀ ਤੋਂ, ਪਰ ਪੱਖੀਆਂ ਦੀ ਵੀ ਸਾਨੂੰ ਲੋੜ ਪੈਂਦੀ ਕਈ ਵਾਰ ਹੈ ਨਾ, ਤੇ ਨਾਲੇ ਉਹ ਚੀਜ਼ ਵੇਖਣ ਨੂੰ ਵੀ ਸੋਹਣੀ ਲੱਗਦੀ, ਸਾਨੂੰ ਇੱਕ ਅੱਧੀ ਚੀਜ਼ ਤਾਂ ਸਾਂਭ ਕੇ ਵੀ ਰੱਖਣੀ ਚਾਹੀਦੀ, ਯਾਦ ਹੁੰਦੀ ਹੈ ਨਾ। ਤੇ ਜਿਵੇਂ ਤੁਸੀਂ ਕਹੇ ਪੁਰਾਣੀਆਂ ਚੀਜ਼ਾਂ ਤੇ ਆਏ, ਮੇਰੀ ਮਾਸੀ ਜੀ ਨੇ ਉਹਨਾਂ ਦਰੀਆਂ ਬਹੁਤ ਬਣ ਕੇ ਲੈ ਕੇ ਗਏ ਸੀ ਆਪਦੇ ਦਾਜ ਦੇ ਵਿੱਚ, ਤੇ ਗਾਂ ਜਾ ਕੇ ਉਹਨਾਂ ਦੇ ਨਨਾਨਾ ਸੀ ਉਹਨਾਂ ਖਾਤਰ ਵੀ ਬਹੁਤ ਬਣ ਗਿਆ, ਚਲੋ ਉਹਨਾਂ ਦਾ ਬਾਹਰ ਦਾ ਬਣ ਗਿਆ, ਸਾਰਾ ਪਰਿਵਾਰ ਉਹਨਾਂ ਦਾ ਬਾਹਰ ਉੱਠ ਗਿਆ ਹਨਾ। ਹੁਣ ਉਹਨਾਂ ਨੇ ਉਹੀ ਦਰੀਆਂ ਹੌਲੀ ਹੌਲੀ ਟਾਈਮ ਪਾ ਕੇ ਸਾਰੀਆਂ ਬਾਹਰ ਕੱਢਤੀਆਂ, ਵੇਚਤੀਆਂ, ਵੀ ਉਹ ਕਹਿੰਦੇ ਹੁਣ ਇਹ ਸਾਡੇ ਕੀ ਕੰਮ ਆ, ਤੇ ਸਾਡੇ ਲਈ ਤਾਂ ਵਾਧੂ ਚੀਜ਼ ਆ ਹਨਾ, ਵੀ ਇੰਨੀਆਂ ਫਿਰ ਉਹੀ ਤੁਹਾਡੇ ਵਾਲੀ ਗੱਲ ਵੀ ਇੰਨੀ ਚੀਜ਼ ਫਿਰ ਰੱਖਣੀ ਵੀ ਔਖੀ ਹੋ ਜਾਂਦੀ ਆਪਾਂ ਨੂੰ। ਤੇ ਫਿਰ ਟਾਈਮ ਦੇ ਹਿਸਾਬ ਨਾਲ ਤਾਂ ਉਹਨਾਂ ਨੇ ਪਹਿਲਾਂ ਉਹੀ ਮਿਹਨਤ ਕੀਤੀ ਦਰੀਆਂ ਦੇ ਵਿੱਚ, ਕਿੰਨੀਆਂ ਔਖੀਆਂ ਹੋਈਆਂ, ਕਿੰਨੀਆਂ ਬੁਣੀਆਂ ਹਨਾ, ਤੇ ਟਾਈਮ ਪਾ ਕੇ ਉਹੀ ਫਿਰ ਉਹਨਾਂ ਨੇ ਗਾਂ ਵੇਚਤੀਆਂ, ਕੁਛ ਉਹ ਗਰੀਬਾਂ ਨੂੰ ਫਿਰ ਦਾਨ ਕੀਤੀਆਂ ਉਹਨਾਂ ਨੇ। ਜੀ ਇਹ ਸਭ ਤੋਂ ਵੱਡੀ ਗੱਲ ਆ ਹਨਾ, ਵੀ ਜਿਹੜੀ ਉਹਨਾਂ ਨੇ ਕਿਸੇ ਨੂੰ ਦਾਨ ਕਰਤੀ, ਵੀ ਜਿਹੜੀ ਆਪ ਨੂੰ ਨਹੀਂ ਕੰਮ ਆ ਸਕਦੀ ਵੀ ਆਪਾਂ ਕਿਸੇ ਨੂੰ ਦਾਨ ਦੇ ਤੌਰ ਤੇ ਦੇ ਦਈਏ ਹਨਾ, ਵੀ ਉਹ ਕਿੱਡੀ ਵਧੀਆ ਚੀਜ਼ ਹੁੰਦੀ ਹੈਗੀ, ਵੀ ਜੇ ਇੱਕ ਬੰਦਾ ਨਹੀਂ ਲੈ ਸਕਦਾ ਵੀ ਉਹਦੀ ਕੀ ਕੋਈ ਨਾ ਕੋਈ ਲੋੜ ਹੈ ਜਿਹੜੀ ਉਹ ਚ ਪੂਰੀ ਹੋ ਜਾਊਗੀ। ਤੇ ਉਹਨਾਂ ਦੇ ਉਹ ਕੰਮ ਕਰਦੀ ਹੁੰਦੀ ਸੀ ਤੇ ਉਹਦੀ ਕੁੜੀਆਂ ਹੁੰਦੀਆਂ ਸੀ, ਉਹਨਾਂ ਦੀ ਕੁੜੀਆਂ ਨੂੰ ਹੀ ਦੇਤੀਆਂ ਹਨਾ, ਤੇ ਇੰਨੇ ਨਾਲ ਗਰੀਬ ਵੀ ਖੁਸ਼ ਹੋ ਗਿਆ ਵੀ ਚਲੋ ਮੈਨੂੰ ਇਹਨਾਂ ਨੇ ਦੇਤੀਆਂ, ਉਹਨਾਂ ਨੂੰ ਬਣੀਆਂ ਬਣਾਈਆਂ ਮਿਲ ਗਈਆਂ, ਤੇ ਉਹਨਾਂ ਲਈ ਕੋਈ ਉਹ ਚੀਜ਼ਾਂ ਦੀ ਹੁਣ ਲੋੜ ਵੀ ਨਹੀਂ ਸੀ, ਤੇ ਉਹਨਾਂ ਲਈ ਤਾਂ ਉਹ ਵਾਧੂ ਸੀਗਾ। ਜੀ ਵੇਖੋ ਅਰਚ ਸਾਨੂੰ ਵੀ ਪਤਾ ਵੀ ਪਲਾਸਟਿਕ ਸਾਡੇ ਲਈ ਬਹੁਤ ਮਾੜੀ ਹੈ ਨਾ, ਪਲਾਸਟਿਕ ਦੀ ਵਰਤੋਂ ਅਸੀਂ ਜਿੰਨੀ ਘੱਟ ਕਰਾਂਗੇ ਉਨੀ ਸਾਡੇ ਲਈ ਚੰਗੀ ਹੈ ਨਾ, ਵੀ ਜੇ ਤਾਂ ਅਸੀਂ ਇਹਨੂੰ ਪਲਾਸਟਿਕ ਨੂੰ, ਜੇ ਸਾਡੇ ਘਰੇ ਵਾਧੂ ਪਲਾਸਟਿਕ ਬਹੁਤ ਜ਼ਿਆਦਾ ਪਈ ਅਸੀਂ ਇਕੱਠੀ ਕਰਕੇ ਇਹਨੂੰ ਅੱਗ ਲਾਉਂਦੇ ਹਾਂ ਹਨਾ, ਤੇ ਕਿੰਨੀ ਹਵਾ ਜਿਹੜੀ ਉਹ ਕਿੰਨੀ ਗੰਦੀ ਹੁੰਦੀ ਹੈ, ਕਿੰਨਾ ਪ੍ਰਦੂਸ਼ਣ ਫੈਲਦਾ ਹਨਾ, ਤੇ ਜੇ ਇਹਨੂੰ ਅਸੀਂ ਟੋਆ ਪੱਟ ਕੇ ਇੱਕ ਥਾਂ ਨੱਪ ਦਿੰਨੇ ਤੇ ਫਿਰ ਇਹ ਗਲਦੀ ਵੀ ਨਹੀਂ, ਉਵੇਂ ਦੀ ਉਵੇਂ ਪਈ ਰਹਿੰਦੀ ਹੈ ਨਾ। ਤੇ ਇਸ ਲਈ ਵੀ ਸਾਨੂੰ ਸਫਾਈ ਵੀ ਕਰਨੀ ਚਾਹੀਦੀ, ਸਫਾਈ ਵੀ ਸਾਨੂੰ ਇਹ ਜੀ ਕਰਨੀ ਚਾਹੀਦੀ ਵੀ ਜਿਹੜੀ ਅਗਲੇ ਨੂੰ ਦੂਰੋਂ ਪਤਾ ਲੱਗੇ ਵੀ ਸਾਡੇ ਘਰੇ ਵੀ ਸਫਾਈ ਹੋਵੇ, ਸਾਡੇ ਆਲੇ ਦੁਆਲੇ ਵੀ ਸਫਾਈ ਹੋਵੇ, ਅਗਲੇ ਨੂੰ ਪਤਾ ਲੱਗੇ ਵੀ ਇਹ ਸਫਾਈ ਕਰੀ ਵੀ ਹੈ ਹਨਾ। ਤੇ ਕਈ ਤਾਂ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਅਗਲਾ ਸਫਾਈ ਕਰਦਾ ਵੀ ਨੱਕ ਨਾਲੋਂ ਲਾ ਕੇ ਤੇ ਗਲ ਨਾਲ ਲਾ ਲੈਂਦਾ ਹਨਾ, ਵੀ ਇਹ ਜੀ ਸਫਾਈ ਦਾ ਕਰਨ ਦਾ ਵੀ ਕੀ ਫਾਇਦਾ ਹਨਾ, ਵੀ ਅਸੀਂ ਆਪ ਸਫਾਈ ਕਰਾਂਗੇ, ਨਾਲੇ ਸਾਨੂੰ ਬੱਚਿਆਂ ਨੂੰ ਇਹ ਚੰਗੀ ਸਿੱਖਿਆ ਦੇਣੀ ਚਾਹੀਦੀ, ਚੰਗੇ ਗਿਆਨ ਦੇਣੇ ਚਾਹੀਦੇ ਹਨਾ, ਵੀ ਆਹ ਚੀਜ਼ ਤੁਸੀਂ ਇੱਥੋਂ ਚੱਕੀ ਤੇ ਇੱਥੇ ਰੱਖਣੀ ਹੈ ਨਾ, ਡਸਟਬਿਨ 'ਚ ਪਾਉਣੀ ਹੈ, ਤੇ ਫਿਰ ਇਸ ਨੇ ਔਰਤਾਂ ਦਾ ਵੀ ਕੰਮ ਬਹੁਤ ਜ਼ਿਆਦਾ ਘੱਟ ਜੇ ਤੇ ਸਫਾਈ ਦਾ ਵੀ ਸਾਡਾ ਕੰਮ ਵਧੀਆ ਹੋ ਜੀ। ਜਿਵੇਂ ਹੁਣ ਭੈਣੇ ਆਪਾਂ ਹਨਾ ਫੋਰਨ ਕੰਟਰੀਜ਼ ਦੀ ਗੱਲ ਕੀਤੀ, ਵੀ ਸੋਚ ਦਾ ਫਰਕ ਹੁੰਦਾ ਹਨਾ, ਜੇ ਆਪਾਂ ਦੇਖੀਏ ਤਾਂ ਵੀ ਜਿਵੇਂ ਹੁਣ ਉਧਰ ਗਿੱਲੇ ਕੂੜੇ ਵਾਸਤੇ ਅਲੱਗ ਆਪਾਂ ਨੂੰ ਡਸਟਬਿਨ ਦਿੱਤੇ ਜਾਂਦੇ, ਸੁੱਕੇ ਵਾਸਤੇ ਅਲੱਗ, ਤੇ ਸਾਰੇ ਬਾਹਰ ਹੁੰਦੇ ਆ ਘਰ ਤੋਂ ਹਨਾ, ਵੀ ਆਪਾਂ ਉੱਥੇ ਉਹਦਾ ਨਿਪਟਾਰਾ ਕਰ ਦਿੰਦੇ ਤੇ ਉੱਥੋਂ ਆਪੇ ਜਿਹੜੇ ਉਹ ਲੈ ਜਾਂਦੇ ਆ ਨਾ ਵੇਸਟੇਜ। ਤਾਂ ਹੁਣ ਤੁਸੀਂ ਇੱਧਰ ਦੇਖੋ ਵੀ ਜੇ ਆਪਾਂ ਗੱਲ ਕਰੀਏ, ਆਪਾਂ ਉਧਰ ਹੁਣ ਕਿਸੇ ਨੂੰ ਸਮਝਾਉਣਾ ਨਹੀਂ ਪੈਂਦਾ ਕਿਉਂਕਿ ਸਾਰਿਆਂ ਨੂੰ ਆਪਦੀਆਂ ਜ਼ਿੰਮੇਵਾਰੀਆਂ ਪਤਾ ਹਨਾ, ਜਿਵੇਂ ਆਪਾਂ ਕਹਿੰਦੇ ਆ ਚੀਜ਼ ਆ ਕੰਮ ਐ ਕਰਨਾ ਤੇ ਆ ਨਹੀਂ ਕਰਨਾ ਜੀ, ਮਤਲਬ ਆਪਾਂ ਆਲਾ ਦੁਆਲਾ ਦੇਖ ਕੇ ਉਦਾਂ ਢਾਲ ਜੰਨੇ ਆ ਉਸ ਦੇ ਵਿੱਚ। ਤੇ ਜੇ ਹੁਣ ਆਪਾਂ ਇੱਧਰ ਦੇਖੀਏ ਭੈਣੇ ਹਨਾ, ਤੇ ਇੱਧਰ ਕੀ ਹੁੰਦਾ ਨਾ, ਆਪਾਂ ਨੂੰ ਬਹੁਤ ਸਾਰੀ ਜਗ੍ਹਾ ਆਪਾਂ ਇਹ ਦੇਖਦੇ ਆ ਵੀ ਕੰਧਾਂ ਉੱਤੇ ਲਿਖਿਆ ਹੁੰਦਾ ਸਪੈਸ਼ਲੀ ਵੀ ਇੱਥੇ ਥੁੱਕਣਾ ਮਨਾ, ਜਾਂ ਇੱਥੇ ਪੋਸਟਰ ਲਗਾਉਣਾ ਗੈਰ ਕਾਨੂੰਨੀ ਆ, ਜਾਂ ਇੱਥੇ ਤੁਸੀਂ ਇਹ ਚੀਜ਼ ਮਤਲਬ ਨਹੀਂ ਕਰ ਸਕਦੇ, ਜਾਂ ਇੱਥੇ ਕੂੜਾ ਨਹੀਂ ਸੁੱਟ ਸਕਦੇ ਹੈਗੇ ਹਨਾ। ਵੀ ਤੁਸੀਂ ਇਹ ਦੇਖੋ ਵੀ ਆਪਣੀ ਸੈਂਸ ਦੇਖੋ ਕਿੱਥੇ ਜਾਂਦੀ ਹੈ ਨਾ, ਵੀ ਇੱਕ ਆਪਾਂ ਨੂੰ ਕਿਸੇ ਨੂੰ ਦੱਸਣਾ ਪੈ ਰਿਹਾ ਵੀ ਤੁਸੀਂ ਇੱਥੇ ਇਹ ਚੀਜ਼ ਨਹੀਂ ਕਰਨੀ ਹੈਗੀ, ਕਿੱਥੇ ਉਹ ਕੀ ਆਪਾਂ ਨੂੰ ਆਪਦੇ ਆਪ ਜੀ ਫਰਜ਼ ਬਣਦਾ ਇਹ ਆਪਣਾ ਹਨਾ, ਵੀ ਆਪਾਂ ਇਹ ਚੀਜ਼ ਇੱਥੇ ਨਹੀਂ ਸੁੱਟਣੀ ਹੈਗੀ, ਆਪਾਂ ਨੂੰ ਇੱਥੇ ਹੀ ਗੰਦਗੀ ਪਊਗੀ ਹਨਾ, ਆਪਾਂ ਆਪਦੀ ਜਗ੍ਹਾ ਹੀ ਖਰਾਬ ਕਰੀ ਜਾਂਦੇ ਆ। ਤਾਂ ਉਹ ਚੀਜ਼ਾਂ ਦਾ ਨਿਪਟਾਰਾ ਆਪਾਂ ਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿਹੜੀ ਚੀਜ਼ ਨੂੰ ਕਿੱਦਾਂ ਉਹਦਾ ਨਿਪਟਾਰਾ ਕਰਨਾ, ਜਾਂ ਕਿੱਦਾਂ ਉਹਨੂੰ ਦੁਬਾਰਾ ਆਪਾਂ ਉਹ ਵਰਤੋਂ 'ਚ ਲਿਆ ਸਕਦੇ ਆ ਹਨਾ। ਤਾਂ ਇਹ ਚੀਜ਼ਾਂ ਛੋਟੀਆਂ ਗੱਲਾਂ ਹੁੰਦੀਆਂ, ਜੇ ਮੈਨੂੰ ਲੱਗਦਾ ਆਪਾਂ ਧਿਆਨ ਦਿੰਦੇ ਰਹੀਏ ਤਾਂ ਵੀ ਬਹੁਤ ਵਧੀਆ ਆਪਣੇ ਲਈ ਹੋਊਗਾ, ਆਪਣੀ ਸਿਹਤ ਤੇ ਵੀ ਉਹਨਾਂ ਚੀਜ਼ਾਂ ਦਾ ਅਸਰ ਪੈਂਦਾ ਹਨਾ। ਤਾਂ ਤੁਸੀਂ ਦੇਖੋ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਆਪਾਂ ਇਹਨਾਂ ਚੀਜ਼ਾਂ 'ਚ ਇਦਾਂ ਹੀ ਅਣਗਹਿਲੀਆਂ ਵਰਤਦੇ ਰਹੇ ਤਾਂ ਇੱਕ ਦਿਨ ਇਹੋ ਜਿਹਾ ਸਮਾਂ ਆਊਗਾ ਜਿੱਥੇ ਇਨਸਾਨਾਂ ਦੀ ਜਗ੍ਹਾ ਤੇ ਮੈਨੂੰ ਲੱਗਦਾ ਆਪਾਂ ਨੂੰ ਵੱਡੇ ਕੂੜੇ ਦੇ ਢੇਰ ਹੀ ਮਿਲਣਗੇ। ਬਿਲਕੁਲ ਅਰਸ਼, ਐਵੇਂ ਹੋ ਸਕਦਾ ਦਿਨੋ ਦਿਨ ਹੁਣ ਸਫਾਈ ਵਾਲ ਹਰ ਇੱਕ ਦਾ ਧਿਆਨ ਬਹੁਤ ਜ਼ਿਆਦਾ ਘੱਟ ਹੈ, ਖਾਸ ਕਰਕੇ ਸ਼ਹਿਰਾਂ 'ਚ ਤਾਂ ਆਪਾਂ ਵਾਲਾ ਵੇਖਦੇ ਹਾਂ ਨਾ, ਕਈ ਵਾਰ ਆਪਣੇ ਸਬਜ਼ੀ ਵਾਲੀ ਰੇਹੜੀ ਲੱਗੀਆਂ ਹੁੰਦੀਆਂ, ਜਿਵੇਂ ਉੱਥੇ ਸਬਜ਼ੀ ਵੀ ਮੰਡੀ ਬੋਲਦੇ, ਤੇ ਉਹਦੇ ਥੋੜੀ ਜਿਹੀ ਜਗ੍ਹਾ ਤੇ ਵੇਖੋ ਕਿੰਨੀ ਗੰਦਗੀ ਪਾਈ ਹੁੰਦੀ ਹੈ ਨਾ, ਕਿੰਨੇ ਲਿਫਾਫੇ, ਕਿੰਨੇ ਬੇਕਾਰ ਸਬਜ਼ੀ ਹੁੰਦੀ ਜਿਹੜੀ ਉਹ ਉੱਥੇ ਸਿੱਟ ਵੀ, ਉੱਥੇ ਉਹ ਟਾਈਮ ਤੇ ਆਪਾਂ ਨੂੰ ਉੱਥੇ ਖੜਾ ਨਹੀਂ ਜਾਂਦਾ, ਇੰਨੀ ਗੰਦਗੀ ਬਣੀ ਪਈ ਹੁੰਦੀ ਹੈ ਉੱਥੇ ਹਨਾ। ਤੇ ਵੀ ਉਹਨਾਂ ਨੂੰ ਉਹ ਸੋਚਣਾ ਚਾਹੀਦਾ, ਨਾਲ ਦੀ ਨਾਲ ਕੋਈ ਲਾਉਣਾ ਚਾਹੀਦਾ ਕੂੜੇ ਵਾਲਾ, ਨਾਲ ਦੀ ਨਾਲ ਚੁਕਾਉਣਾ ਵੀ ਚਾਹੀਦਾ ਹਨਾ, ਤੇ ਉੱਥੋਂ ਸਾਫ਼ ਜਗ੍ਹਾ ਹੋਵੇ ਤਾਂ ਚੰਗੀ ਗੱਲ ਹੈ। ਫਿਰ ਜੀ ਭੈਣੇ ਵਕਤ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਬਿਲਕੁਲ, ਫਿਰ ਮਿਲਦੇ ਆ ਕਿਸੇ ਨਵੇਂ ਟੌਪਿਕ ਤੇ ਕਰਦੇ ਆ ਗੱਲਬਾਤ। ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ, ਸਾਡੀ ਵਿਰਾਸਤ ਸਾਡੀ ਪਹਿਚਾਣ।